ਅਮਰੀਕਾ ਦੇ ਭਾਰਤ ਨਾਲ ਸੰਬੰਧ ਬਹੁਤ ਵਧੀਆ ਹੈ ਜੀ। ਬਹੁਤ ਉਹਨਾਂ ਦਾ ਰੱਖਿਆ ਸੌਦੇ ਜਿਹੜੇ ਉਹ ਵੀ ਸਿਰੇ ਚੜ੍ਹ ਰਹੇ ਆ ਜੀ। ਜਿਹੜੀ ਰਣਨੀਤਿਕ ਭਾਈਵਾਲੀ ਉਹ ਵੀ ਹੈਗੀ ਆ। ਬੇਸ਼ੱਕ ਕਿਤੇ ਨਾ ਕਿਤੇ ਅਮਰੀਕਾ ਜਿਹੜਾ ਆ ਉਹ ਮੋਦੀ ਦੇ ਜਿਹੜੇ ਥੱਲੇ RSS ਵਾਲੇ ਜਾਂ ਜਿਹੜੀਆਂ ਹਿੰਦੂ ਕੱਟੜਪੰਥੀ ਜਥੇਬੰਦੀਆਂ ਈਸਾਈਆਂ ਦੇ ਨਾਲ ਜਾਂ ਮੁਸਲਮਾਨਾਂ ਦੇ ਨਾਲ ਘੱਟ ਗਿਣਤੀਆਂ ਦੇ ਨਾਲ ਜਿਹੜਾ ਵਿਤਕਰਾ ਕਰਦੀਆਂ, ਧੱਕਾ ਕਰਦੀਆਂ, ਉਹਦੇ ਖਿਲਾਫ ਮੂੰਹ ਖੋਲ੍ਹਣਾ ਪੈ ਜਾਂਦਾ। ਓਵਰਆਲ ਜਿਹੜਾ ਆ ਅਮਰੀਕਾ ਦੀਆਂ ਅਤੇ ਭਾਰਤ ਦੀਆਂ ਜਿਹੜੀਆਂ ਨੀਤੀਆਂ ਆ, ਰਣਨੀਤਿਕ ਸਾਂਝ ਆ, ਉਹ ਇੱਕੋ ਜਿਹੀ ਆ। ਕਿਉਂਕਿ ਦੋਵਾਂ ਦਾ ਜਿਹੜਾ ਦੁਸ਼ਮਣ ਹੈਗਾ ਚੀਨ, ਉਹ ਸਾਂਝਾ ਆ। ਅਮਰੀਕਾ ਹੁਣ ਸਿੱਧਾ ਦੁਸ਼ਮਣ ਮੰਨ ਰਿਹਾ ਚੀਨ ਨੂੰ। ਭਾਰਤ ਦਾ ਉਹ ਪੁਰਾਣਾ ਦੁਸ਼ਮਣ ਆ, ਲੜਾਈਆਂ ਲੜ ਚੁੱਕਾ ਚੀਨ ਦੇ ਨਾਲ, ਗੁਆਂਢੀ ਆ, ਅਤੇ ਫਿਰ ਵੀ ਖਤਰਾ ਵੀ ਹੁਣ ਵੀ ਬਰਕਰਾਰ ਆ। ਤੁਹਾਨੂੰ ਹੁਣ ਸਾਵਧਾਨ ਹੋਣ ਦੀ ਲੋੜ ਆ, ਚੇਤੰਨ ਹੋਣ ਦੀ ਲੋੜ ਆ। ਥੱਲੇ ਜਿਹੜਾ ਚੀਨ ਆ ਉਹ ਸਾਊਥ ਸੀ ਦੇ ਵਿੱਚ ਆਪਣਾ ਗਲਬਾ ਵਧਾ ਰਿਹਾ ਆ। ਉਹਨੂੰ ਬਾਕੀ ਜਿਹੜੇ ਮੁਲਕ ਉੱਥੋਂ ਦੇ ਨਾਲ ਦੇ ਇੰਡੋਨੇਸ਼ੀਆ, ਫਿਲੀਪੀਨ ਵਗੈਰਾ ਜਿਹੜੇ ਆ ਉਹ ਤੁਹਾਨੂੰ ਨਾਲ ਜੋੜਨੇ ਚਾਹੀਦੇ ਆ ਇੰਡੀਆ ਨੂੰ, ਕਿ ਤਾਂ ਕਿ ਤੁਸੀਂ ਚੀਨ ਦਾ ਜਿਹੜਾ ਮੁਕਾਬਲਾ ਕਰ ਸਕੋ। ਭਾਰਤ ਆ ਉਹ ਕਿਤੇ ਨਾ ਕਿਤੇ ਪੰਗਾ ਲੈ ਲਵੇ ਚੀਨ ਦੇ ਨਾਲ, ਫਿਰ ਇਹਦੇ ਮੋਢੇ ਦੇ ਉੱਤੇ ਰੱਖ ਕੇ ਜਿਹੜੀਆਂ ਅਸੀਂ ਉੱਥੇ ਅੱਡਾ ਬਣਾ ਕੇ ਚਲਾਈਏ। ਹੁਣ ਭਾਰਤ ਇੱਦਾਂ ਕਰਦਾ ਕਿ ਨਹੀਂ ਕਰਦਾ ਵੀ ਉਹਨਾਂ ਦੇ ਹੱਥ ਵਿੱਚ। ਅਜੇ ਰੀਓਪਨਿੰਗ ਹੋਈ ਆ ਅਤੇ ਨੰਬਰ ਜਿਹੜੇ ਆ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਕਦੀ 400 ਤੋਂ 409 ਹੋ ਗਏ, ਕਦੀ 27 ਹੋ ਗਿਆ, ਕਦੀ 441 ਹੋ ਗਏ। ਉਹ ਕਹਿੰਦੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਮੈਂ ਬਹੁਤ ਡਿਸਟਰਬ ਹੈਗਾ ਇਸ ਗੱਲ ਦੇ ਕਰਕੇ ਕਿ ਬਿਮਾਰੀ ਹੈ। ਪਰ ਬਿਮਾਰੀ ਦੇ ਨਾਲ ਨਾਲ ਇੱਕ ਫਿਊਚਰ ਵੀ ਹੈ। ਜਿਹੜੇ ਸਿਆਸਤਦਾਨ ਆ ਉਹਨਾਂ ਦੇ ਉੱਤੇ ਬਹੁਤ ਬਰਡਨ ਹੈ ਇਸ ਵੇਲੇ, ਅਤੇ ਕਹਿ ਲਓ ਕਿ ਬਹੁਤ ਜ਼ਿੰਮੇਵਾਰੀ ਵਾਲੇ ਸਮੇਂ ਇਸ ਸਿਆਸਤਦਾਨਾਂ ਦੇ ਉੱਤੇ ਬੋਝ ਪਿਆ। ਜਿਹੜੇ ਮੌਜੂਦਾ ਸਮੇਂ ਦੇ ਸਿਆਸਤਦਾਨ ਆ, ਜਿਵੇਂ ਇਹ ਪੂਰੀ ਦੁਨੀਆ ਦੇ ਵਿੱਚ ਲੜਨ ਲੱਗੇ ਹੋਏ ਆ ਕਰੋਨਾ ਦੇ ਨਾਲ, ਇਹ ਕੋਈ ਸੌਖਾ ਕੰਮ ਨਹੀਂ ਹੈਗਾ। ਇੱਕ ਪਾਸੇ ਤਾਂ ਉਹਨਾਂ ਨੇ ਬਿਮਾਰੀ ਨਾਲ ਲੜਨਾ, ਪੀੜਤਾਂ ਦੀ ਗਿਣਤੀ ਘਟਾਉਣੀ ਆ, ਮੌਤਾਂ ਦੀ ਗਿਣਤੀ ਘਟਾਉਣੀ ਆ, ਦੁਨੀਆ ਦੀਆਂ ਸੁਣਨੀਆਂ ਵੀ ਸਾਨੂੰ ਪੈਸੇ ਵੀ ਚਾਹੀਦੇ ਆ, ਸਾਨੂੰ ਨੌਕਰੀ ਵੀ ਚਾਹੀਦੀ ਆ, ਸਾਨੂੰ ਖਾਣ ਪੀਣ ਵਾਲੀ ਚੀਜ਼ ਦੀ ਕਮੀ ਨਹੀਂ ਆਉਣੀ ਚਾਹੀਦੀ, ਉਦੋਂ ਬਾਅਦ ਸਾਡਾ ਫਿਊਚਰ ਵੀ ਸਿਕਿਉਰ ਚਾਹੀਦਾ। ਕੈਨੇਡਾ ਦੇ ਨੂੰ ਲੈ ਕੇ ਜੀ ਦੋਹਾਂ ਪਾਰਟੀਆਂ ਦੇ ਜਿਹੜੇ ਬਿਆਨ ਆ ਕੋਈ ਬਹੁਤੇ ਵਧੀਆ ਨਹੀਂ ਹੈਗੇ। ਪਹਿਲਾਂ ਜਦੋਂ ਟਰੰਪ ਹੁਣੀ ਆਏ ਆ ਤਾਂ ਆਪਾਂ ਨੂੰ ਪਤਾ ਹੀ ਆ ਕਿ ਜਿਹੜੀ ਆਪਣੀ ਫ੍ਰੀ ਟ੍ਰੇਡ ਐਗਰੀਮੈਂਟ ਸੀਗਾ ਜੀ, ਉਹ ਕਿੰਨਾ ਚਿਰ ਰੜਕਦਾ ਰਿਹਾ। ਮਸੀਂ ਗੱਲ ਜਾ ਕੇ ਸਿਰੇ ਲੱਗੀ ਆ, ਹੱਲੇ ਵੀ ਪੂਰੀ ਜਾਣੀ ਕਿ ਜਿਵੇਂ ਚਾਹੁੰਦੇ ਸੀ ਉਵੇਂ ਨਹੀਂ ਹੋਈ। ਕਿ ਚੋਣਾਂ ਤੋਂ ਪਹਿਲਾਂ ਟਰੰਪ ਨੇ ਵੀ ਬਹੁਤ ਕੁਛ ਕਿਹਾ ਸੀਗਾ ਵੀ ਮੈਕਸੀਕੋ ਦੇ ਕੰਧ ਕਰ ਦੇਣੀ ਆ, ਸਾਰੇ ਇਮੀਗ੍ਰੈਂਟ ਵਾਪਸ ਭੇਜ ਦੇਣੇ ਆ। ਉਹ ਵੋਟਾਂ ਲੈਣ ਲਈ ਠੀਕ ਸੀਗਾ। ਉਦੋਂ ਬਾਅਦ ਦੇ ਵਿੱਚ ਹੁਣ ਇਲੈਕਸ਼ਨਾਂ ਦੁਬਾਰਾ ਵੀ ਆ ਗਈਆਂ, ਕੰਧ ਹੱਲੇ ਤੱਕ ਨਹੀਂ ਬਣੀ ਹੈਗੀ ਹੈ ਨਾ। ਜਿੰਨੇ ਉਹ ਇਮੀਗ੍ਰੈਂਟ ਵਾਪਸ ਭੇਜਣ ਦੀ ਗੱਲ ਕਰ ਰਿਹਾ ਸੀਗਾ ਜਾਂ ਹੋਰ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਵੀ ਪੂਰੇ ਨਹੀਂ ਹੋਏ। ਲੈ ਕੇ ਹਾਜ਼ਰ ਹਾਂ ਦ ਸਹੋਤਾ ਐਂਡ ਸਹੋਤਾ ਸ਼ੋ। ਦੋਸਤੋ, ਅੱਜ ਦੇ ਇਸ ਸ਼ੋਅ ਵਿੱਚ ਕੁਝ ਖਾਸ ਗੱਲਾਂ ਬਾਤਾਂ, ਜਿੱਦਾਂ ਰੀਓਪਨਿੰਗ ਹੋ ਰਹੀਆਂ ਉੱਦਾਂ ਦਾ ਖਬਰਾਂ ਆ ਰਹੀਆਂ ਕਿ ਕੁਝ ਥਾਵਾਂ ਦੇ ਉੱਤੇ ਕਰੋਨਾ ਦੇ ਕੇਸਿਸ ਵੱਧ ਰਹੇ ਨੇ। ਅੰਟਾਰੀਓ ਦੇ ਵਿੱਚ ਕੇਸਿਸ ਵੱਧ ਗਏ ਨੇ। ਉੱਥੋਂ ਦੇ ਪ੍ਰੀਮੀਅਰ ਡਗ ਫੋਰਡ ਹੁਣਾਂ ਨੇ ਕਾਫੀ ਚਿੰਤਾ ਜ਼ਾਹਰ ਕੀਤੀ ਆ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚੋਂ ਕੁਝ ਖਬਰਾਂ ਪਹੁੰਚ ਰਹੀਆਂ ਨੇ। ਕੈਨੇਡਾ ਦੀ ਇੱਕ ਨੈਸ਼ਨਲ ਪਾਰਟੀ ਕੋਲ ਫੰਡ ਮੁੱਕ ਗਿਆ, ਉਹਨਾਂ ਨੇ ਵੀ ਵੇਜ ਸਬਸਿਡੀ ਦੇ ਲਈ ਅਪਲਾਈ ਕੀਤਾ। ਕਿਹੜੀ ਪਾਰਟੀ ਆ, ਇਹਦੇ ਬਾਰੇ ਜਾਣਦੇ ਹਾਂ। ਕੁਝ ਖਬਰਾਂ ਪੰਜਾਬ ਤੋਂ ਦੇਖਦੇ ਹਾਂ ਦੋਸਤੋ। ਦ ਸਹੋਤਾ ਐਂਡ ਸਹੋਤਾ ਸ਼ੋ, ਗੱਲ ਜ਼ਰਾ ਹਟ ਕੇ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ। ਜੀ ਆਇਆਂ ਨੂੰ। ਸਕਾਨ ਜੀ, ਤੁਹਾਨੂੰ ਅਤੇ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੀ ਦੇ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਸਥਿਤ ਦਸਾਂਝ ਕਲਾਂ ਵਾਲੇ ਸੁਨਿਆਰਿਆਂ ਦੀ ਮਸ਼ਹੂਰ ਦੁਕਾਨ ਮਹਿੰਦਰਾ ਜੂਲਰਸ ਵੱਲੋਂ ਹਮੇਸ਼ਾ ਦੀ ਤਰ੍ਹਾਂ ਸਾਡਾ ਪ੍ਰੋਗਰਾਮ ਅੱਜ ਵੀ ਸਪੋਂਸਰ ਆ। ਗਹਿਣਿਆਂ ਦੇ ਨਵੇਂ ਤੋਂ ਨਵੇਂ ਡਿਜ਼ਾਈਨ ਅਤੇ ਖਰਾ ਸੋਨਾ ਇਹਨਾਂ ਦੀ ਖਾਸੀਅਤ ਆ, ਜੋ ਬਾਜ਼ਾਰ ਦੇ ਵਿੱਚ ਹੋਰ ਕਿਤੇੋਂ ਨਹੀਂ ਮਿਲਦਾ। ਅੱਖੀ ਦੇਖਣ ਲਈ ਇਹਨਾਂ ਦੇ ਸ਼ੋਰੂਮ ਪਹੁੰਚੋ। ਯੂਨਿਟ 332 8128 128 ਸਟਰੀਟ ਸਰੀ। ਦੁਕਾਨ ਦਾ ਫੋਨ 604 543 9900। ਅਤੇ ਜੇ ਵਟਸਐਪ 'ਤੇ ਵੀਡੀਓ ਕਾਲ ਕਰਕੇ ਔਨਲਾਈਨ ਗਹਿਣੇ ਦੇਖਣੇ ਜਾਂ ਖਰੀਦਣੇ ਹੋਣ ਤਾਂ ਇਹਨਾਂ ਦਾ ਨੰਬਰ ਸੇਵ ਕਰ ਲਓ 604 916 1010। ਦੁਨੀਆ ਦੇ ਵਿੱਚ ਕਿਤੋਂ ਵੀ ਇਹਨਾਂ ਨੂੰ ਫੋਨ ਕੀਤਾ ਜਾ ਸਕਦਾ, ਵੀਡੀਓ ਕਾਲ ਕੀਤੀ ਜਾ ਸਕਦੀ ਹੈ 604 916 1010 'ਤੇ। ਮਹਿੰਦਰਾ ਜੂਲਰਸ। ਗੁਰਪ੍ਰੀਤ ਸਿੰਘ ਜੀ, ਅਸੀਂ ਗੱਲਬਾਤ ਸ਼ੁਰੂ ਕੀਤੀ ਕੋਵਿਡ-19 ਬਾਰੇ। ਹੌਲੀ ਹੌਲੀ ਇੱਕ ਨੰਬਰ ਆਫ ਕੇਸਿਸ ਵਧੇ, ਹੁਣ ਕਾਬੂ 'ਚ ਆਉਣੇ ਸ਼ੁਰੂ ਹੋ ਗਏ। ਪਹਿਲਾਂ ਆਪਾਂ ਖਬਰਾਂ ਕਰਦੇ ਸੀ ਵੀ ਕਿੱਥੇ ਕਿੱਥੇ ਕੀ ਬੰਦ ਹੋ ਰਿਹਾ, ਰਿਸਟ੍ਰਿਕਸ਼ਨਸ ਲੱਗ ਰਹੀਆਂ। ਹੁਣ ਅਸੀਂ ਗੱਲਾਂ ਕਰਦੇ ਹਾਂ ਕਿ ਹੌਲੀ ਹੌਲੀ ਕਿੱਥੇ ਕਿੱਥੇ ਖੁੱਲ੍ਹ ਰਹੇ ਆ। ਇਹ ਖੁੱਲ੍ਹ ਦੇ ਨਾਲ ਅੰਟਾਰੀਓ ਦੇ ਵਿੱਚ ਕਹਿੰਦੇ ਜਿਹੜੇ ਕੇਸ ਸੀ ਉਹ ਦੁਬਾਰਾ ਫੇਰ ਆਉਣੇ ਸ਼ੁਰੂ ਹੋ ਗਏ। ਅੰਟਾਰੀਓ ਦੇ ਵਿੱਚ ਜਿਹੜਾ ਰੋਜ਼ਾਨਾ ਕਰੋਨਾ ਵਾਇਰਸ ਦੇ ਵਧਣ ਦੀ ਗਿਣਤੀ ਸੀਗੀ ਜੀ, ਉਹ ਤਕਰੀਬਨ 400 ਤੋਂ ਹੇਠਾਂ ਚੱਲ ਗਈ ਸੀਗੀ। ਅਤੇ ਲਗਾਤਾਰ ਜਿਹੜੇ ਆ ਇਹ ਗਿਣਤੀ ਘਟਦੀ ਜਾ ਰਹੀ ਸੀ, ਥੱਲੇ ਨੂੰ ਜਾ ਰਹੀ ਸੀਗੀ। ਪਰ ਬੀਤੇ ਕੁਝ ਦਿਨਾਂ ਤੋਂ ਇਹ ਗਿਣਤੀ ਜਿਹੜੀ ਹੈ ਦੁਬਾਰਾ 400 ਤੋਂ ਉੱਪਰ ਚੱਲ ਗਈ ਆ। ਅੱਜ ਵੀ ਜਿਹੜੇ 441 ਦੇ ਕਰੀਬ ਕੇਸ ਜਿਹੜੇ ਨਵੇਂ ਨਿਕਲੇ ਆ, ਜਿਹਦੇ ਕਰਕੇ ਜਿਹੜੇ ਉੱਥੋਂ ਦੇ ਪ੍ਰੀਮੀਅਰ ਮਿਸਟਰ ਫੋਰਡ ਆ ਜੀ, ਉਹ ਕਹਿੰਦੇ ਮੇਰੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਆ।
ਮੈਂ ਰਾਤ ਨੂੰ ਫਿਰ ਸੋਚਣ ਲਈ ਕਹਿੰਦੇ ਮਜਬੂਰ ਹੋ ਜਾਂਦਾ ਕਿ ਇਹ ਨੰਬਰ ਵਧੇ ਕਾਹਦੇ ਵਾਸਤੇ ਆ। ਕਹਿੰਦੇ ਸਾਰੇ ਪਾਸੇ ਜਦੋਂ ਮੈਂ ਦੇਖਦਾ ਕਿ ਨੰਬਰ ਘਟ ਰਹੇ ਆ ਤੇ ਹਜੇ ਰੀਓਪਨਿੰਗ ਹੋਈ ਆ ਤੇ ਨੰਬਰ ਜਿਹੜੇ ਆ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਕਦੀ 400 ਤੋਂ 409 ਹੋ ਗਏ, ਕਦੀ 27 ਹੋ ਗਿਆ, ਕਦੀ 441 ਹੋ ਗਏ। ਉਹ ਕਹਿੰਦੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਮੈਂ ਬਹੁਤ ਡਿਸਟਰਬ ਹੈਗਾ ਇਸ ਗੱਲ ਦੇ ਕਰਕੇ। ਪਰ ਹੁਣ ਗੱਲ ਤਾਂ ਉਹੀ ਹੈ ਕਿ ਇਹ ਸਾਵਧਾਨੀ ਦਾ ਹੀ ਸਾਰਾ ਖੇਲ ਹੈਗਾ ਜੀ। ਜੇ ਲੋਕ ਸਾਵਧਾਨੀ ਨਹੀਂ ਰੱਖਣਗੇ, ਜਿਹੜੇ ਸੁਰੱਖਿਆ ਮੇਜਰਸ ਹੈਗੇ ਆ ਉਹ ਨਹੀਂ ਵਰਤਣਗੇ, ਆਪਸੀ ਦੂਰੀ ਨਹੀਂ ਰੱਖਣਗੇ ਤਾਂ ਵੱਧ ਜਾਂਦੇ ਆ। ਪਰ ਮਿਸਟਰ ਫੋਰਡ ਕਹਿੰਦੇ ਸਾਡਾ ਜ਼ੋਰ ਪੂਰਾ ਲੱਗਾ ਹੋਇਆ, ਪਰ ਇਹ ਚਿੰਤਾ ਸਾਨੂੰ ਵੱਡ ਹੁਣ ਤੋਂ ਹੀ ਖਾ ਰਹੀ ਹੈ ਜੀ। ਇਹ ਸਹੀ ਗੱਲ ਹੈ ਜੀ। ਬਹੁਤ ਸਾਰੇ ਜਿਹੜੇ ਇਸ ਚੀਜ਼ ਨੂੰ ਹੈਂਡਲ ਕਰ ਰਹੇ ਆ, ਡਾਕਟਰ ਐਂਥਨੀ ਫੌਚੀ, ਉਹਨਾਂ ਦਾ ਵੀ ਪਿੱਛੇ ਜਿਹਾ ਬਿਆਨ ਸੀਗਾ 2 ਦਿਨ ਪਹਿਲਾਂ ਕਿ ਮੈਂ ਕਦੇ 3.5 ਘੰਟੇ ਸੌਣ ਨੂੰ ਮਿਲਦਾ ਔਰ 5 ਘੰਟੇ ਸੌਣਾ ਇਹਦੀ ਇਸ ਸਾਰੀ ਚਿੰਤਾ ਦੇ ਵਿੱਚ। ਕੈਨੇਡਾ ਦੇ ਵਿੱਚ ਇੱਕ ਖਬਰ ਆ ਰਹੀ ਹੈ ਕਿ ਇੱਕ ਪਾਰਟੀ ਦੇ ਕੋਲ ਫੰਡ ਮੁੱਕ ਗਿਆ ਜਾਂ ਪੈਸੇ ਦੀ ਕਮੀ ਹੈਗੀ ਹੈ। ਕਿਹੜੀ ਪਾਰਟੀ ਦੀ? ਹਾਂ ਜਸਕਰਨ ਜੀ, ਗੱਲ ਜਿਹੜੀ ਤੁਹਾਡੀ ਪਹਿਲਾਂ ਤੁਸੀਂ ਕੀਤੀ ਇਹਨਾਂ ਦੇ ਵਿੱਚ ਇੱਕ ਇਹ ਹੈ ਕਿ ਆਪਾਂ ਸਿਰਫ ਇਹ ਦੇਖ ਰਹੇ ਹਾਂ ਕਿ ਬਿਮਾਰੀ ਹੈ ਇੱਕ, ਪਰ ਬਿਮਾਰੀ ਦੇ ਨਾਲ ਨਾਲ ਇੱਕ ਫਿਊਚਰ ਵੀ ਹੈ। ਜਿਹੜੇ ਸਿਆਸਤਦਾਨ ਆ ਉਹਨਾਂ ਦੇ ਉੱਤੇ ਬਹੁਤ ਬਰਡਨ ਹੈ ਇਸ ਵੇਲੇ, ਤੇ ਕਹਿ ਲਓ ਕਿ ਬਹੁਤ ਜ਼ਿੰਮੇਵਾਰੀ ਵਾਲੇ ਸਮੇਂ ਇਸ ਸਿਆਸਤਦਾਨਾਂ ਦੇ ਉੱਤੇ ਬੋਝ ਪਿਆ। ਜਿਹੜੇ ਮੌਜੂਦਾ ਸਮੇਂ ਵਿੱਚ ਸਿਆਸਤਦਾਨ ਆ, ਜਿਵੇਂ ਇਹ ਪੂਰੀ ਦੁਨੀਆ ਦੇ ਵਿੱਚ ਲੜਨ ਲੱਗੇ ਹੋਏ ਆ ਕਰੋਨਾ ਦੇ ਨਾਲ, ਇਹ ਕੋਈ ਸੌਖਾ ਕੰਮ ਨਹੀਂ ਹੈਗਾ। ਇੱਕ ਪਾਸੇ ਤਾਂ ਉਹਨਾਂ ਨੇ ਬਿਮਾਰੀ ਨਾਲ ਲੜਨਾ, ਪੀੜਤਾਂ ਦੀ ਗਿਣਤੀ ਘਟਾਉਣੀ ਆ, ਮੌਤਾਂ ਦੀ ਗਿਣਤੀ ਘਟਾਉਣੀ ਆ, ਦੁਨੀਆ ਦੀਆਂ ਸੁਣਨੀਆਂ ਵੀ ਸਾਨੂੰ ਪੈਸੇ ਵੀ ਚਾਹੀਦੇ ਆ, ਸਾਨੂੰ ਨੌਕਰੀ ਵੀ ਚਾਹੀਦੀ ਆ, ਸਾਨੂੰ ਖਾਣ ਪੀਣ ਵਾਲੀ ਚੀਜ਼ ਦੀ ਕਮੀ ਨਹੀਂ ਆਉਣੀ ਚਾਹੀਦੀ, ਉਦੋਂ ਬਾਅਦ ਸਾਡਾ ਫਿਊਚਰ ਵੀ ਸਿਕਿਉਰ ਚਾਹੀਦਾ, ਸਾਡੀ ਇਕੋਨਮੀ ਵੀ ਡਿੱਗਣੀ ਨਹੀਂ ਚਾਹੀਦੀ। ਸੋ ਇਹੋ ਜਿਹੇ ਸਮੇਂ ਦੇ ਵਿੱਚ ਤੇ ਬੰਦੇ ਤੇ ਇੰਨਾ ਭਾਰ ਹੋਵੇ, ਉਹਨੂੰ ਨੀਂਦ ਕਿੱਥੋਂ ਆਉਣੀ ਆ ਜੀ। ਆਪਣੇ ਲਈ ਕਈ ਵਾਰੀ ਘਰ ਚਲਾਉਣਾ ਔਖਾ ਹੋ ਜਾਂਦਾ। ਬਿਲਕੁਲ ਤੇ ਇੱਕ ਮੁਲਕ, ਇੱਕ ਸੂਬਾ ਇਹੋ ਜਿਹਾ ਚਲਾਉਣਾ ਫਿਰ ਉਹ ਟੈਨਸ਼ਨ ਵਾਲੀ ਗੱਲ ਹੋ ਜਾਂਦੀ ਆ। ਪਰ ਜਿਹੜੀ ਤੁਸੀਂ ਪਾਰਟੀ ਦੀ ਗੱਲ ਕੀਤੀ ਹੈ ਜੀ, ਕੈਨੇਡਾ ਦੀ ਜਿਹੜੀ ਵੱਡੀ ਪ੍ਰਮੁੱਖ ਪਾਰਟੀ ਹੈਗੀ NDP, ਵਿਰੋਧੀ ਧਿਰ ਇਸ ਵੇਲੇ ਜਗਮੀਤ ਸਿੰਘ ਉਹਨਾਂ ਨੂੰ ਰਨ ਕਰ ਰਿਹਾ ਇਸ ਵੇਲੇ, ਨਿਊ ਡੈਮੋਕ੍ਰੈਟਿਕ ਪਾਰਟੀ, ਉਹਨੂੰ ਫੰਡਸ ਦੀ ਕਮੀ ਆ ਗਈ ਹੈ ਜੀ। ਤੇ ਹੁਣ ਜਦੋਂ ਕੈਨੇਡਾ ਸਰਕਾਰ ਨੇ ਅਨਾਊਂਸ ਕੀਤਾ ਵੇਜ ਸਬਸਿਡੀ ਦੇ ਅਧੀਨ ਜਿਹੜੀਆਂ ਕੰਪਨੀਆਂ ਆ, ਇਨਕਾਰਪੋਰੇਸ਼ਨਾਂ ਆ ਜਾਂ ਸੰਸਥਾਵਾਂ ਹੈਗੀਆਂ ਆ, ਅਦਾਰੇ ਹੈਗੇ ਆ, ਉਹ ਅਪਲਾਈ ਕਰ ਸਕਦੇ ਆ ਜਿਨ੍ਹਾਂ ਦੇ ਕੋਲ ਕਾਮਿਆਂ ਨੂੰ ਦੇਣ ਲਈ ਤਨਖਾਹ ਨਹੀਂ। ਤਾਂ NDP ਜਿਹੜੀ ਆ ਉਹ ਵੇਜ ਸਬਸਿਡੀ ਪ੍ਰੋਗਰਾਮ ਦੇ ਵਾਸਤੇ ਐਪਲੀਕੇਸ਼ਨ ਕਰਨ ਲੱਗੀ ਹੈ ਜੀ। ਤੇ ਹਾਲ ਦੀ ਘੜੀ ਜਿੰਨੀ ਕੁ ਜਾਣਕਾਰੀ ਲੱਭੀ ਆ ਉਹਦੇ ਵਿੱਚ ਇਹ ਸੀਗਾ ਕਿ 17 ਜਾਣੇ ਫੁੱਲ ਟਾਈਮ NDP ਲਈ ਕੰਮ ਕਰ ਰਹੇ ਆ, 15 ਤੋਂ 20 ਜਾਣੇ ਇੱਦਾਂ ਦੇ ਆ ਜਿਹੜੇ ਕਿ ਪਾਰਟ ਟਾਈਮ ਕੰਮ ਕਰ ਰਹੇ ਆ। ਸੋ ਉਹਨਾਂ ਦੇ ਵਿੱਚ ਕੀ ਹੈਗੀ ਆ ਕਿ ਕੁਝ ਸਟਾਫ ਹੈਗਾ ਜਿਹੜਾ ਕਿ ਫੰਕਸ਼ਨਸ ਜਿਹੜੇ ਕਿਤੇ ਵੀ ਰੱਖਣੇ ਹੁੰਦੇ ਆ, ਪ੍ਰੈਸ ਰਿਲੀਜ਼ਾਂ ਤਿਆਰ ਕਰਨੀਆਂ ਆ, ਟਵਿੱਟਰ ਫੇਸਬੁੱਕ ਹੈਂਡਲ ਕਰਨਾ ਆ, ਜਾਂ ਇੱਥੋਂ ਤੱਕ ਕਿ ਪਾਰਟੀ ਦੀ ਬੁੱਕ ਕੀਪਿੰਗ ਕਰਨੀ ਆ, ਅਕਾਊਂਟ ਸਿੱਧੇ ਰੱਖਣੇ ਆ, ਫੰਡ ਰੇਜ਼ ਕਰਨੇ ਆ, ਉਹ ਜਿਹੜਾ ਸਟਾਫ ਹੈਗਾ ਜੀ ਉਹਨਾਂ ਦੀਆਂ ਤਨਖਾਹਾਂ ਆ ਤਕਰੀਬਨ $2.5 ਮਿਲੀਅਨ ਦੱਸਦੇ ਆ ਵੀ ਖਰਚਾ ਹੈਗਾ ਸਾਲ ਦਾ ਜੀ। ਤੇ ਜੇ ਉਹ ਕਹਿੰਦੇ ਪਿਛਲੇ ਸਾਲ ਨਾਲ ਮਿਲ ਕੇ ਦੇਖੀਏ ਤਾਂ ਪਿਛਲੇ ਸਾਲ ਮਈ ਮਹੀਨੇ 2019 ਦੇ ਵਿੱਚ 4 ਲੱਖ ਦੇ ਕਰੀਬ ਲੋਕਾਂ ਨੇ ਦਾਨ ਦਿੱਤਾ ਸੀ ਪਾਰਟੀ ਨੂੰ, ਜਿਹੜਾ ਕਿ ਇਸ ਵਾਰੀ ਲੱਗਦਾ ਕਿ 2,80,000 ਹੀ ਹੋਣਾ ਜੀ। ਸੋ ਇਹ ਘਟ ਗਿਆ। ਤੇ ਇਹ ਬਹੁਤ ਵੱਡੀ ਪਾਰਟੀ ਸਮਰਥਕ ਜਿਹੜੇ ਜਿਸ ਕਾਰਨ ਜੀ ਉਹ ਰੈਗੂਲਰਲੀ ਦਾਨ ਦਿੰਦੇ ਆ, ਕਈ ਤਾਂ ਸਾਲ ਦਾ ਇਕੱਠਾ ਕਰ ਲੈਂਦੇ ਆ, ਕਈਆਂ ਨੇ ਮਹੀਨਾਵਾਰ ਜਿਹੜੀਆਂ ਆ ਆਪਣੀਆਂ ਉਹ ਬੈਂਕਾਂ ਦੇ ਵਿੱਚੋਂ ਕਰਾਏ ਹੋਏ ਆ ਵੀ ਸਿੱਧੇ ਪੈਸੇ ਜਿਹੜੇ ਪਾਰਟੀ ਨੂੰ ਇੰਨੇ 10, 15, $20 ਜਾਂ $50 ਜਿੰਨੇ ਵੀ ਉਹ ਦੇ ਸਕਦੇ ਆ ਉਹ ਦਿੰਦੇ ਆ। ਹੁਣ ਜਦੋਂ ਉਹਨਾਂ ਲੋਕਾਂ ਦੇ ਕੰਮ ਛੁੱਟ ਗਏ ਜੀ ਜਾਂ ਉਹਨਾਂ ਦੇ ਉੱਤੇ ਫਾਈਨੈਂਸ਼ੀਅਲ ਬਰਡਨ ਪਿਆ, ਭਾਰ ਪੈ ਗਿਆ, ਉਹ ਦੇ ਨਹੀਂ ਸਕਦੇ ਪੈਸੇ, ਅਤੇ ਉਹਦਾ ਜਿਹੜਾ ਭਾਰ ਹੈਗਾ ਸਿੱਧਾ ਪਾਰਟੀਆਂ ਦੇ ਉੱਤੇ ਪਿਆ। NDP ਜਿਹੜੀ ਉਹ ਖੁੱਲ੍ਹ ਕੇ ਸਾਹਮਣੇ ਆ ਗਈ ਆ। ਅਤੇ ਇੱਕ ਗੱਲ ਕਿਤੇ ਨਾ ਕਿਤੇ ਇਹ ਵੀ ਹੈ ਜਿਹੜੀ NDP ਪਾਰਟੀ ਆ ਉਹ ਪੰਜਾਬ ਦੇ ਜਿਹੜੀਆਂ ਖੱਬੇ ਪੱਖੀ ਪਾਰਟੀਆਂ ਜਾਂ ਮਜ਼ਦੂਰ ਹੱਕੀ ਪਾਰਟੀਆਂ ਆ ਉਹਨਾਂ ਵਾਂਗੂ ਲੋਕਾਂ ਦੇ ਉੱਤੇ ਨਿਰਭਰ ਆ ਜ਼ਿਆਦਾ। ਇਹਨੂੰ ਕੋਈ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਹੈਗੀਆਂ ਆ, ਵੱਡੀਆਂ ਕੰਪਨੀਆਂ ਜਾਂ ਜਿਹੜੇ ਧਨਾੜ ਆ ਉਹ ਡੋਨੇਸ਼ਨ ਘੱਟ ਦਿੰਦੇ ਆ, ਕਿਉਂਕਿ ਜਿਹੜੀਆਂ ਦੂਜੀਆਂ ਕੈਨੇਡਾ ਦੀਆਂ ਵੱਡੀਆਂ ਪਾਰਟੀਆਂ ਲਿਬਰਲ ਪਾਰਟੀ ਆ ਜਾਂ ਕੰਜ਼ਰਵੇਟਿਵ ਪਾਰਟੀ ਆ ਉਹਨਾਂ ਦੇ ਦਾਨੀ ਜਿਹੜੇ ਆ ਉਹ ਡੀਪ ਪੋਕਟਸ ਵਾਲੇ ਲੋਕ ਆ। ਹੋ ਸਕਦਾ ਉਹਨਾਂ ਦਾ ਵੀ ਜਿਹੜਾ ਦਾਨ ਆ ਉਹਦੇ ਵਿੱਚ ਕਮੀ ਆਈ ਹੋਵੇ, ਪਰ NDP ਜਿਹੜੀ ਆ ਖੁੱਲ੍ਹ ਕੇ ਸਾਹਮਣੇ ਆ ਗਈ ਆ ਜੀ, ਅਤੇ ਉਹਨਾਂ ਨੂੰ ਹੁਣ ਮਦਦ ਦੀ ਲੋੜ ਵਾਸਤੇ ਸਰਕਾਰੀ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਨਾ ਪੈਣਾ। ਤੁਸੀਂ ਸਹੀ ਕਿਹਾ ਪਹਿਲਾਂ ਕਿ ਜਿਹੜੇ ਲੀਡਰ ਨੇ ਇਸ ਵੇਲੇ ਪੋਲੀਟੀਕਲ ਲੀਡਰ ਨੇ ਇਹਨਾਂ ਦੇ ਉੱਤੇ ਵੀ ਬਹੁਤ ਸਾਰਾ ਪ੍ਰੈਸ਼ਰ ਆ, ਪਰ ਇਹਦੇ ਨਾਲ ਨਾਲ ਹੋਰ ਤਰ੍ਹਾਂ ਦੇ ਪ੍ਰੈਸ਼ਰ ਵੀ ਆ। ਜਿਵੇਂ ਅਮਰੀਕਾ ਦੇ ਵਿੱਚ ਇਲੈਕਸ਼ਨ ਆ ਹੁਣ ਇਸੇ ਸਾਲ ਦੇ ਵਿੱਚ, ਹਾਂਜੀ, ਉੱਥੇ ਇਹਦੇ ਬਾਰੇ ਕੀ ਖਬਰਾਂ ਕਿ ਟਰੰਪ ਸਾਹਿਬ ਚੰਗੀ ਤਰ੍ਹਾਂ ਹੈਂਡਲ ਕਰ ਰਹੇ ਆ, ਉਹਨਾਂ ਦੀ ਹਰਮਨ ਪਿਆਰਤਾ ਜ਼ਿਆਦਾ ਆ, ਜਾਂ ਜਿਹੜੇ ਜੋ ਬਾਈਡਨ ਆ ਦੂਜੇ ਪਾਸੇ ਉਹਨਾਂ ਦੀ ਹਰਮਨ ਪਿਆਰਤਾ ਕਿਸ ਤਰ੍ਹਾਂ? ਇਸ ਤੋਂ ਪਹਿਲਾਂ ਕਿ ਆਪਾਂ ਸਰਵੇਖਣ ਨਾਲ ਗੱਲ ਕਰੀਏ ਜੀ, ਮੈਂ ਵੈਸੇ ਨੋਟਿਸ ਕਰ ਰਿਹਾ ਸੀਗਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਰੋਜ਼ ਜੱਜ ਕਰੀਦਾ ਲੋਕਾਂ ਨੂੰ, ਹੈ ਨਾ, ਦੇਖੀਦਾ ਵੀ ਕਿੱਧਰ ਨੂੰ ਬੋਲਦੇ ਆ। ਜਿਹੜੇ ਲੋਕ ਟਰੰਪ ਦੇ ਵਿਰੋਧੀ ਸੀਗੇ ਅੱਜ ਤੋਂ 4 ਸਾਲ ਪਹਿਲਾਂ 2016 ਦੇ ਵਿੱਚ, ਉਹਨਾਂ ਦੇ ਵਿੱਚੋਂ ਕੁਝ ਲੋਕ ਪ੍ਰਭਾਵਿਤ ਹੋਏ ਆ ਉਹਦੇ ਤੋਂ ਵੀ ਇਹਨੇ ਬੰਦੇ ਨੇ ਫਿਰ ਵੀ ਅਮਰੀਕਾ ਦਾ ਜਿਹੜੀ ਆ ਧੌਣ ਜਿਹੜੀ ਆ ਉਹ ਸਿੱਧੀ ਰੱਖੀ ਆ, ਅਮਰੀਕਾ ਨੂੰ ਪਾਵਰਫੁਲ ਬਣਾਉਣ ਦੇ ਵਿੱਚ ਜ਼ੋਰ ਲਾਇਆ,
ਜਿਹੜਾ ਬਿਜ਼ਨਸ ਆ ਉਹ ਚਲਾਇਆ ਆ ਵੀ ਇਹ ਬੰਦਾ ਚਾਹੇ ਪਹਿਲਾਂ ਲੱਗਦਾ ਸੀਗਾ ਕਿ ਇਦਾਂ ਆ ਵੀ ਹੁਣ ਸਹੀ ਆ, ਪਰ ਦੂਜੇ ਪਾਸੇ ਬਹੁਤ ਸਾਰੇ ਜਿਹੜੇ ਟਰੰਪ ਦੇ ਸਪੋਰਟਰ ਸੀਗੇ, ਸਮਰਥਕ ਸੀਗੇ 2016 ਦੇ ਵਿੱਚ, ਉਹ ਸੋਚ ਰਹੇ ਆ ਵੀ ਨਹੀਂ ਇਹ ਬੰਦਾ ਸਿਆਣੀਆਂ ਗੱਲਾਂ ਨਹੀਂ ਕਰਦਾ, ਵੀ ਇਹ ਜਿਹੜਾ ਆ ਦੁਨੀਆ ਦੇ ਵਿੱਚ ਪਵਾੜਾ ਵਧਾ ਰਿਹਾ, ਬਹੁਤ ਖੁਸ਼ੀਆਂ ਗੱਲਾਂ ਬਹੁਤ ਕਰਦਾ, ਬਿਆਨ ਦੇਣ ਲੱਗਾ ਨਹੀਂ ਸੋਚਦਾ। ਜਦੋਂ ਅਮਰੀਕਾ ਦਾ ਰਾਸ਼ਟਰਪਤੀ ਬਿਆਨ ਦੇਵੇ ਤਾਂ ਲੋਕੀ ਤਾਂ ਸਾਹ ਸੂਤ ਕੇ ਸੁਣਨੇ ਚਾਹੀਦੇ ਆ, ਇਹ ਜਦੋਂ ਬਿਆਨ ਦਿੰਦਾ ਤਾਂ ਲੋਕੀ ਹੱਸਦੇ ਆ ਵੀ ਇਹ ਅਮਰੀਕਾ ਦੀ ਹਿੱਠੀ ਕਰਵਾ ਰਿਹਾ। ਜਿਹੜੀ ਸਭ ਤੋਂ ਵੱਡੀ ਗੱਲ ਹੁਣ ਅਮਰੀਕਨਾਂ ਦੇ ਵਿੱਚ ਇਹ ਦੇਖੀ ਗਈ ਆ ਕਿ ਜਿਹੜਾ ਕਰੋਨਾ ਵਾਇਰਸ ਦਾ ਪ੍ਰਕੋਪ ਸੀਗਾ ਉਹਦੇ ਵਿੱਚ ਇਹਦੀ ਹਰਮਨ ਪਿਆਰਤਾ ਨੂੰ ਬਹੁਤ ਠੇਸ ਪਹੁੰਚੀ ਹੈ। ਉਹ ਕਹਿੰਦੇ ਵੀ ਜਿਸ ਤਰ੍ਹਾਂ ਸਾਂਭਣਾ ਚਾਹੀਦਾ ਸੀ ਅਮਰੀਕਾ ਨੂੰ ਉਸ ਤਰ੍ਹਾਂ ਸਾਂਭ ਨਹੀਂ ਹੋਇਆ, ਤੇ ਇੱਕ ਤਰ੍ਹਾਂ ਇਹ ਲੱਗਣ ਸਿਟਿੰਗ ਡਕਸ ਵਾਲੀ ਗੱਲ ਹੋ ਗਈ ਵੀ ਹਮਲਾ ਹੋ ਗਿਆ ਤੇ ਅਸੀਂ ਕੁਛ ਕਰ ਨਹੀਂ ਸਕਦੇ ਸੀਗੇ, ਵੀ ਇੱਕ ਰੱਬ ਦੇ ਨਾਂ ਦੇ ਉੱਤੇ ਸੀਗਾ ਵੀ ਜਿੰਨੇ ਹੁਣ ਹੋ ਜੂਗੇ ਦੇਖੀ ਜਾਊਗੇ, ਸਾਡੇ ਕੋਲੋਂ ਕੁਛ ਨਹੀਂ ਹੋਣਾ। ਉਹ ਜਿਹੜਾ ਕਿਤੇ ਨਾ ਕਿਤੇ ਹੱਲਾ ਜਿਹੜਾ ਵੱਜਾ ਜੀ, ਉਹਦੇ ਵਿੱਚ ਕੁਝ ਸਟੇਟਸ ਹੈਗੀਆਂ ਜਿਨ੍ਹਾਂ ਦੇ ਉੱਤੇ ਟਰੰਪ ਦੀ ਹਰਮਨ ਪਿਆਰਤਾ ਘਟੀ ਆ। ਅਮਰੀਕਾ ਦੀਆਂ 6 ਇਹੋ ਜਿਹੀਆਂ ਸਟੇਟਸ ਜਿਨ੍ਹਾਂ 'ਚ ਪੈਂਸਿਲਵੇਨੀਆ, ਕੈਰੋਲਾਈਨਾ, ਐਰੀਜ਼ੋਨਾ ਵਗੈਰਾ ਸ਼ਾਮਲ ਆ। ਉਹਨਾਂ ਦੇ ਵਿੱਚ ਜਿਹੜੇ ਸਰਵੇਖਣ ਕਰਵਾਏ ਗਏ ਆ ਹੁਣ ਉਹ 'ਚ ਦੱਸਿਆ ਗਿਆ ਕਿ ਜੋ ਬਾਈਡਨ ਦੀ ਜਿਹੜੀ ਆ ਉਹ ਝੰਡੀ ਹੈ ਜੀ। ਜੇ ਅੱਜ ਚੋਣਾਂ ਹੋ ਜਾਣ ਤਾਂ ਜਿਹੜੇ ਉਹ 6 ਸੂਬੇ ਆ ਉਹਨਾਂ ਦੇ ਵਿੱਚੋਂ ਜੋ ਬਾਈਡਨ ਨੇ ਬਾਜ਼ੀ ਮਾਰ ਜਾਣੀ ਆ, ਤੇ ਉਹ 6 ਸੂਬੇ ਆ ਜਿਨ੍ਹਾਂ ਦੇ ਵਿੱਚ ਪਿਛਲੀ ਵਾਰੀ 2016 'ਚ ਟਰੰਪ ਜਿੱਤ ਗਿਆ ਸੀਗਾ ਜੀ। ਬੇਸ਼ੱਕ ਥੋੜ੍ਹੇ ਮਾਰਜਨ ਦੇ ਉੱਤੇ ਜਿੱਤਿਆ ਸੀਗਾ, ਪਰ ਉਹ ਜਿੱਤ ਗਿਆ ਸੀਗਾ। ਤੇ ਜੇ ਇਹ 6 ਸੂਬੇ ਮੁੜ ਕੇ ਜੋ ਬਾਈਡਨ ਕੋਲੇ, ਡੈਮੋਕ੍ਰੈਟਸ ਕੋਲੇ ਚਲੇ ਜਾਂਦੇ ਆ ਤਾਂ ਅਮਰੀਕਾ ਦੇ ਵਿੱਚ ਸਰਕਾਰ ਜਿਹੜੀ ਆ ਉਹ ਡੈਮੋਕ੍ਰੇਟਸ ਲਈ ਬਣਨ ਲਈ ਰਾਹ ਪੱਧਰਾ ਹੋ ਜਾਂਦਾ ਜੀ। ਤੇ ਵੈਸੇ ਵੀ ਜਿਹੜੀ ਹਰਮਨ ਪਿਆਰਤਾ ਦੇ ਲੈਵਲ ਦੇ ਵਿੱਚ ਯੂਨੀਵਰਸਿਟੀ ਉੱਥੋਂ ਦੀ ਉਹਨਾਂ ਨੇ ਸਰਵੇਖਣ ਕਰਾਇਆ, ਡਬਲ ਡਿਜਿਟ ਦੀ ਲੀਡ ਜਿਹੜੀ ਇਸ ਵੇਲੇ ਜੋ ਬਾਈਡਨ ਦੀ ਉਹ ਦੱਸ ਰਹੇ ਆ ਕਿ ਜੋ ਬਾਈਡਨ ਜਿਹੜੇ ਆ 50% ਦੇ ਉੱਤੇ ਤੇ ਟਰੰਪ ਜਿਹੜੇ ਆ 39% ਦੇ ਉੱਤੇ, 39% ਦੇ ਉੱਤੇ ਚੱਲ ਰਹੇ ਆ। ਹਾਲਾਂਕਿ ਮੈਂ ਬਜ਼ਾਤੇ ਖੁਦ ਇਹਨਾਂ ਸਰਵੇਖਣਾਂ ਦੇ ਉੱਤੇ ਕੋਈ ਬਹੁਤਾ ਯਕੀਨ ਨਹੀਂ ਕਰਦਾ, ਇਹ ਤਾਂ ਖਬਰ ਆਈ ਆ ਸਾਨੂੰ ਅਸੀਂ ਦੇਣੀ ਆ, ਕਿਉਂਕਿ ਕੀ ਆ ਕਿ ਸਾਰਾ ਕੁਝ ਇੰਡੀਪੈਂਡੈਂਟ ਨਹੀਂ ਹੈਗਾ, ਕਿਤੇ ਨਾ ਕਿਤੇ ਕਿਸੇ ਦੇ ਹਿੱਤ ਜੁੜੇ ਆ। ਇਹ ਜਿਹੜੇ ਸਰਵੇਖਣ ਕਿਹਨੇ ਕਰਵਾਇਆ, ਕਿਉਂ ਕਰਵਾਇਆ, ਕਿਹੜੇ ਪਰਪਸ ਲਈ ਕਰਵਾਇਆ, ਇਹ ਵੀ ਗੱਲਾਂ ਹੁੰਦੀਆਂ। ਤੇ ਆਪਾਂ ਬੀਤੇ ਦੇ ਵਿੱਚ ਇਹ ਵੀ ਦੇਖਿਆ ਕਿ ਸਰਵੇਖਣ ਜਿਹੜੇ ਆ ਬਿਲਕੁਲ ਝੂਠ ਵੀ ਸਾਬਤ ਹੋਏ ਆ ਤੇ ਸਰਵੇਖਣ ਜਿਹੜੇ ਸੱਚ ਵੀ ਸਾਬਤ ਹੋਏ ਆ। ਸੋ ਸਰਵੇਖਣਾਂ ਦੇ ਆਧਾਰ 'ਤੇ ਇਹ ਕਹਿ ਦੇਣਾ ਕਿ ਟਰੰਪ ਹਾਰ ਜਾਊਗਾ ਜਾਂ ਜੋ ਬਾਈਡਨ ਜਿੱਤ ਜਾਊਗਾ, ਇਹ ਬਹੁਤ ਕਾਹਲੀ ਵਾਲੀ ਗੱਲ ਹੋਊਗੀ। ਪਰ ਫਿਰ ਵੀ ਜਿਹੜੀ ਖਬਰ ਆਈ ਆ ਉਹ ਇਹੀ ਦੱਸ ਰਹੀ ਆ ਕਿ ਸਰਵੇਖਣ ਆਏ ਆ ਕਿ ਜੋ ਬਾਈਡਨ ਜਿਹੜੇ ਆ ਹਾਲ ਦੀ ਘੜੀ ਆਪਣਾ ਟਰੰਪ ਤੋਂ ਹੱਥ ਉੱਪਰ ਰੱਖ ਰਹੇ ਆ ਜੀ। ਜਦੋਂ ਪਿਛਲੀ ਵਾਰ ਇਲੈਕਸ਼ਨ ਸੀਗੀ ਉਸ ਵੇਲੇ ਲੋਕ ਇੱਕ ਗੱਲ ਦੀ ਚਿੰਤਾ ਕਰ ਰਹੇ ਸੀ ਕਿ ਜੇ ਰਿਪਬਲਿਕਨ ਜਿੱਤ ਗਏ, ਰਾਸ਼ਟਰਪਤੀ ਟਰੰਪ ਬਣ ਗਏ, ਤਾਂ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਦਾ ਔਖਾ ਹੋ ਜਾਣਾ, ਵੀ ਇਹਨਾਂ ਨੇ ਆਉਣ ਨਹੀਂ ਦੇਣਾ ਅਮਰੀਕਾ ਦੇ ਵਿੱਚ ਕੋਈ। ਹੁਣ ਲੋਕ ਇੱਕ ਹੋਰ ਵੀ ਚਿੰਤਾ ਕਰ ਰਹੇ ਆ ਕਿ ਜੇ ਡੈਮੋਕ੍ਰੈਟਸ ਜਿੱਤ ਜਾਂਦੇ ਆ, ਜੋ ਬਾਈਡਨ ਜਿੱਤ ਜਾਂਦੇ ਆ, ਤਾਂ ਉਹਨਾਂ ਦੇ ਬਿਆਨ ਕੁਛ ਜਿਹੜੀ ਕੈਨੇਡਾ ਦੇ ਵਿੱਚ ਪਾਈਪਲਾਈਨ ਜਾਂਦੀ ਆ ਉਹਦੇ ਸੰਬੰਧੀ ਅਜੀਬ ਨੇ, ਉਹਨਾਂ ਤੋਂ ਵੀ ਕੁਛ ਲੋਕ ਡਰਦੇ ਨੇ। ਕੈਨੇਡਾ ਦੇ ਨੂੰ ਲੈ ਕੇ ਜੀ ਦੋਹਾਂ ਪਾਰਟੀਆਂ ਦੇ ਜਿਹੜੇ ਬਿਆਨ ਆ ਕੋਈ ਬਹੁਤੇ ਵਧੀਆ ਨਹੀਂ ਹੈਗੇ। ਪਹਿਲਾਂ ਜਦੋਂ ਟਰੰਪ ਹੋਣੀ ਆਏ ਆ ਤਾਂ ਆਪਾਂ ਨੂੰ ਪਤਾ ਹੀ ਆ ਕਿ ਜਿਹੜੀ ਆਪਣੀ ਫ੍ਰੀ ਟ੍ਰੇਡ ਐਗਰੀਮੈਂਟ ਸੀਗਾ ਜੀ ਉਹ ਕਿੰਨਾ ਚਿਰ ਰੜਕਦਾ ਰਿਹਾ, ਮਸੀਂ ਗੱਲ ਜਾ ਕੇ ਸਿਰੇ ਲੱਗੀ ਆ, ਹੱਲੇ ਵੀ ਪੂਰੀ ਜਾਣੀ ਕਿ ਜਿਵੇਂ ਚਾਹੁੰਦੇ ਸੀ ਉਵੇਂ ਨਹੀਂ ਹੋਈ। ਟਰੰਪ ਨੇ ਆਪਣੀਆਂ ਸ਼ਰਤਾਂ ਦੇ ਅਧੀਨ ਕੈਨੇਡਾ ਤੇ ਮੈਕਸੀਕੋ ਦੇ ਨਾਲ ਸੰਧੀਆਂ ਕੀਤੀਆਂ ਜੀ। ਹੁਣ ਜਿਹੜੇ ਡੈਮੋਕ੍ਰੈਟਸ ਹੈਗੇ ਆ, ਜੋ ਬਾਈਡਨ ਉਹਨਾਂ ਦਾ ਗਰੁੱਪ ਹੈਗਾ, ਪਾਰਟੀ ਹੈਗੀ ਆ, ਉਹ ਵੈਸੇ ਕੈਨੇਡਾ ਦੀ ਲਿਬਰਲ ਪਾਰਟੀ ਦੇ ਨਾਲ ਵਿਚਾਰਧਾਰਕ ਤੌਰ ਦੇ ਉੱਤੇ ਸਾਂਝ ਰੱਖਦੇ ਆ, ਪਰ ਉਹ ਜਿਹੜੀ ਸਾਡਾ ਤੇਲ ਹੈਗਾ ਆ, ਸਪੈਸ਼ਲੀ ਜਿਹੜਾ ਆਇਲ ਸੈਂਡਸ ਵਿੱਚੋਂ ਜਾਣਾ, ਉਹਦੇ ਜਿਹੜੇ ਹਮਾਇਤੀ ਨਹੀਂ ਹੈਗੇ ਜੀ। ਉਹ ਕਹਿੰਦੇ ਜਿਹੜਾ ਇਹ ਆਇਲ ਅਲਬਰਟਾ ਤੋਂ ਲੈ ਕੇ ਟੈਕਸਸ ਨੂੰ ਜਾਣਾ ਆ, ਗਲਫ ਆਫ ਮੈਕਸੀਕੋ ਤੱਕ ਜਾਣੀ ਆ, ਇਹ ਕੀਸਟੋਨ ਪਾਈਪਲਾਈਨ ਜਿਹੜੀ ਆ ਜਿਹਦੇ ਉੱਤੇ ਕੰਸਟਰਕਸ਼ਨ ਦਾ ਕੰਮ ਆਲਰੇਡੀ ਸ਼ੁਰੂ ਹੋਇਆ ਜੀ, ਉਹ ਕਹਿੰਦੇ ਵੀ ਇਹ ਮੈਂ ਬੰਦ ਕਰਾਉਣੀ ਆ। ਉਹਦਾ ਰੀਜ਼ਨ ਜਿਹੜਾ ਦੱਸ ਰਹੇ ਆ ਉਹ ਇਹ ਦੱਸ ਰਹੇ ਆ, ਕਹਿੰਦੇ ਮੈਂ ਤਾਂ ਬੰਦ ਕਰਾਉਣੀ ਆ ਵੀ ਇਹ ਬਹੁਤ ਗੰਦਾ ਤੇਲ ਆ, ਤੇ ਇਹਨੂੰ ਸਾਫ਼ ਕਰਨ ਦੇ ਵਾਸਤੇ ਸਾਡੇ ਜਿਹੜੇ ਇਹ ਇਲਾਕਿਆਂ ਦੇ ਵਿੱਚ ਪੋਲਿਊਸ਼ਨ ਬਹੁਤ ਹੋਣਾ ਆ, ਤੇ ਇਹਦੇ ਨਾਲੋਂ ਅਸੀਂ ਕਿਤੇ ਹੋਰ ਸਸਤਾ ਤੇਲ ਜਿਹੜਾ ਕੱਚਾ ਤੇਲ ਲਿਆ ਕੇ ਉਹਨੂੰ ਰਿਫਾਈਨ ਕਰ ਸਕਦੇ ਆ, ਸਾਡੀ ਲਾਗਤ ਵੀ ਘੱਟ ਹੋਣੀ ਆ, ਤੇ ਇਹਦੇ ਵਿੱਚ ਸਾਨੂੰ ਫਾਇਦਾ ਘੱਟ ਆ, ਕੈਨੇਡਾ ਨੂੰ ਫਾਇਦਾ ਜ਼ਿਆਦਾ ਆ। ਸੋ ਇਸ ਗੱਲ ਕਰਕੇ ਜਿਹੜੀ ਆ ਵਿਰੋਧਤਾ ਹੋ ਰਹੀ ਆ। ਤੇ ਜਦੋਂ ਜੋ ਬਾਈਡਨ ਨੇ ਇਹ ਗੱਲ ਕੀਤੀ ਆ ਤਾਂ ਉਸ ਤੋਂ ਬਾਅਦ ਜਿਹੜੇ ਅਲਬਰਟਾ ਦੇ ਮੁੱਖ ਮੰਤਰੀ ਜੇਸਨ ਕੈਨੀ ਆ ਜੀ, ਕੈਨੇਡੀਅਨ ਸੂਬਾ ਜਿੱਥੋਂ ਕਿ ਪਾਈਪਲਾਈਨ ਸ਼ੁਰੂ ਹੋਣੀ ਆ, ਜਿਨ੍ਹਾਂ ਦਾ ਸਾਰਾ ਆਧਾਰ ਹੈ ਜੀਵਨ ਰੇਖਾ ਜਿਹੜੀ ਤੇਲ ਹੈਗੀ ਆ ਤੇ ਆਇਲ ਸੈਂਡਸ ਹੈਗੇ ਆ, ਉਹਨਾਂ ਨੇ ਕਿਹਾ ਵੀ ਇਹ ਗੱਲ ਜਿਹੜੀ ਬਾਈਡਨ ਨੇ ਕੀਤੀ ਹੈ ਚੰਗੀ ਨਹੀਂ ਕੀਤੀ ਹੈਗੀ, ਇਹ ਬਿਲਕੁਲ ਗਲਤ ਹੈਗੀ ਆ। ਤੇ ਜੇ ਕਿਤੇ ਅਜਿਹਾ ਕੀਤਾ ਤਾਂ ਮੈਂ ਅੰਤਰਰਾਸ਼ਟਰੀ ਕਾਨੂੰਨਾਂ ਦਾ ਸਹਾਰਾ ਲੈ ਕੇ ਅਮਰੀਕਾ ਨੂੰ ਅਦਾਲਤ ਦੇ ਵਿੱਚ ਵੀ ਲਿਜਾ ਸਕਦਾ ਹਾਂ। ਹੁਣ ਦੂਜੇ ਪਾਸੇ ਜਿਹੜੇ ਐਂਡਰੂ ਸ਼ੀਅਰ ਨੇ ਕੰਜ਼ਰਵੇਟਿਵ ਪਾਰਟੀ ਦੇ ਮੁਖੀ ਜਿਹੜੀ ਕਿ ਵਿਰੋਧੀ ਧਿਰ ਆ, ਉਹਨਾਂ ਨੇ ਕਿਹਾ ਕਿ ਜਿਹੜੀ ਲਿਬਰਲ ਪਾਰਟੀ ਕੈਨੇਡਾ ਵਿੱਚ ਰਾਜ ਕਰ ਰਹੀ ਹੈ ਇਸ ਵੇਲੇ, ਟਰੂਡੋ ਹੋਣੀ ਤੇ ਜੋ ਬਾਈਡਨ ਜਿਹੜੇ ਉੱਧਰ ਅਮਰੀਕਨ ਰਾਸ਼ਟਰਪਤੀ ਬਣਨਾ ਚਾਹੁੰਦੇ ਆ ਤੇ ਪਾਈਪਲਾਈਨ ਬੰਦ ਕਰਨਾ ਚਾਹੁੰਦੇ ਆ, ਇਹਨਾਂ ਦੀ ਵਿਚਾਰਧਾਰਕ ਸੋਚ ਇੱਕ ਆ
ਵੀ ਹੁਣ ਇਹਨਾਂ ਨੂੰ ਚਾਹੀਦਾ ਕਿ ਆਪਣੀ ਸਾਂਝ ਵਾਲੇ ਬੰਦੇ ਜਿਹੜੇ ਵਿੱਚ ਪਾ ਕੇ ਵੀ ਹੁਣ ਤੋਂ ਹੀ ਜੋ ਬਾਈਡਨ ਨੂੰ ਕਹਿਣ ਵੀ ਤੂੰ ਇਹੋ ਜਿਹੇ ਬਿਆਨ ਨਾ ਦੇ, ਇਹ ਸਾਡੇ ਹਿੱਤ ਦੇ ਵਿੱਚ ਨਹੀਂ ਹੈਗੇ ਜੀ। ਹੁਣ ਇਹ ਸਿਆਸੀ ਗੱਲਾਂ ਹੈਗੀਆਂ। ਜੋ ਬਾਈਡਨ ਨੂੰ ਪਾਈਪਲਾਈਨ ਬੰਦ ਕਰਕੇ ਵੋਟਾਂ ਮਿਲਣੀਆਂ ਜਾਂ ਪਾਈਪਲਾਈਨ ਚਲਾ ਕੇ ਵੋਟਾਂ ਮਿਲਣੀਆਂ, ਉਹਨੇ ਇਹ ਦੇਖਣਾ, ਉਹਨੇ ਕੈਨੇਡਾ ਦੇ ਹਿੱਤ ਜਿਹੜੇ ਆ ਉਹ ਬਾਅਦ 'ਚ ਸ਼ਾਇਦ ਦੇਖੂਗਾ। ਬਾਕੀ ਜਿਹੜੀ ਗੱਲ ਆ ਕਿ ਚੋਣਾਂ ਤੋਂ ਪਹਿਲਾਂ ਟਰੰਪ ਨੇ ਵੀ ਬਹੁਤ ਕੁਛ ਕਿਹਾ ਸੀਗਾ ਵੀ ਮੈਕਸੀਕੋ ਦੇ ਕੰਧ ਕਰ ਦੇਣੀ ਆ, ਸਾਰੇ ਇਮੀਗ੍ਰੈਂਟ ਵਾਪਸ ਭੇਜ ਦੇਣੇ ਆ, ਉਹ ਵੋਟਾਂ ਲੈਣ ਲਈ ਠੀਕ ਸੀਗਾ। ਉਦੋਂ ਬਾਅਦ ਦੇ ਵਿੱਚ ਹੁਣ ਇਲੈਕਸ਼ਨਾਂ ਦੁਬਾਰਾ ਵੀ ਆ ਗਈਆਂ, ਕੰਧ ਹੱਲੇ ਤੱਕ ਨਹੀਂ ਬਣੀ ਹੈਗੀ ਹੈ ਨਾ। ਜਿੰਨੇ ਉਹ ਇਮੀਗ੍ਰੈਂਟ ਵਾਪਸ ਭੇਜਣ ਦੀ ਗੱਲ ਕਰ ਰਿਹਾ ਸੀਗਾ ਜਾਂ ਹੋਰ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਵੀ ਪੂਰੇ ਨਹੀਂ ਹੋਏ ਹੈਗੇ। ਸੋ ਇਹ ਜੋ ਬਾਈਡਨ ਦਾ ਵੀ ਚੋਣ ਸਟੰਟ ਆ ਜਾਂ ਸਹੀ ਗੱਲ ਹੈਗੀ ਆ, ਇਹ ਤਾਂ ਸਮਾਂ ਦੱਸੂਗਾ। ਪਰ ਇਹਨੇ ਕੈਨੇਡਾ ਦੇ ਮੱਥੇ ਦੇ ਉੱਤੇ ਚਿੰਤਾ ਦੀਆਂ ਰਖਾਵਾਂ ਜਿਹੜੀਆਂ ਜੀ ਉਹ ਜ਼ਰੂਰ ਗੂੜ੍ਹੀਆਂ ਕਰ ਦਿੱਤੀਆਂ। ਅਮਰੀਕਾ ਦੇ ਭਾਰਤ ਨਾਲ ਕੀ ਸੰਬੰਧ ਹੈ ਇਸ ਵੇਲੇ? ਅਮਰੀਕਾ ਦੇ ਭਾਰਤ ਨਾਲ ਸੰਬੰਧ ਬਹੁਤ ਵਧੀਆ ਹੈ ਜੀ। ਬਹੁਤ ਉਹਨਾਂ ਦਾ ਰੱਖਿਆ ਸੌਦੇ ਜਿਹੜੇ ਉਹ ਵੀ ਸਿਰੇ ਚੜ੍ਹ ਰਹੇ ਆ ਜੀ। ਜਿਹੜੀ ਰਣਨੀਤਿਕ ਭਾਈਵਾਲੀ ਉਹ ਵੀ ਹੈਗੀ ਆ। ਬੇਸ਼ੱਕ ਕਿਤੇ ਨਾ ਕਿਤੇ ਅਮਰੀਕਾ ਜਿਹੜਾ ਆ ਉਹ ਮੋਦੀ ਦੇ ਜਿਹੜੇ ਥੱਲੇ RSS ਵਾਲੇ ਜਾਂ ਜਿਹੜੀਆਂ ਹਿੰਦੂ ਕੱਟੜਪੰਥੀ ਜਥੇਬੰਦੀਆਂ ਈਸਾਈਆਂ ਦੇ ਨਾਲ ਜਾਂ ਮੁਸਲਮਾਨਾਂ ਦੇ ਨਾਲ ਘੱਟ ਗਿਣਤੀਆਂ ਦੇ ਨਾਲ ਜਿਹੜਾ ਵਿਤਕਰਾ ਕਰਦੀਆਂ, ਧੱਕਾ ਕਰਦੀਆਂ, ਉਹਦੇ ਖਿਲਾਫ ਮੂੰਹ ਖੋਲ੍ਹਣਾ ਪੈ ਜਾਂਦਾ। ਪਰ ਓਵਰਆਲ ਜਿਹੜਾ ਆ ਅਮਰੀਕਾ ਦੀਆਂ ਤੇ ਭਾਰਤ ਦੀਆਂ ਜਿਹੜੀਆਂ ਨੀਤੀਆਂ ਆ, ਰਣਨੀਤਿਕ ਸਾਂਝ ਆ, ਉਹ ਇੱਕੋ ਜਿਹੀ ਆ। ਕਿਉਂਕਿ ਦੋਵਾਂ ਦਾ ਜਿਹੜਾ ਦੁਸ਼ਮਣ ਹੈਗਾ ਚੀਨ, ਉਹ ਸਾਂਝਾ ਆ। ਅਮਰੀਕਾ ਹੁਣ ਉਹਨੂੰ ਸਿੱਧਾ ਦੁਸ਼ਮਣ ਮੰਨ ਰਿਹਾ ਚੀਨ ਨੂੰ। ਭਾਰਤ ਦਾ ਉਹ ਪੁਰਾਣਾ ਦੁਸ਼ਮਣ ਆ, ਲੜਾਈਆਂ ਲੜ ਚੁੱਕਾ ਚੀਨ ਦੇ ਨਾਲ, ਗੁਆਂਢੀ ਆ, ਅਤੇ ਫਿਰ ਵੀ ਖਤਰਾ ਵੀ ਹੁਣ ਵੀ ਬਰਕਰਾਰ ਆ। ਪਰ ਨਾਲ ਦੀ ਨਾਲ ਕਿਤੇ ਇਹ ਵੀ ਗੱਲ ਹੈਗੀ ਆ ਕਿ ਜੇ ਚੀਨ ਨਾਲ ਵਿਗਾੜਦਾ ਫਿਰ ਕਿਤੇ ਨਾ ਕਿਤੇ ਰੂਸ ਨਾਲ ਵਿਗਾੜਨੀ ਪੈਂਦੀ ਹੈ। ਜੇ ਅਮਰੀਕਾ ਨਾਲ ਜ਼ਿਆਦਾ ਬਣਾਉਂਦੇ ਆ ਤਾਂ ਵੀ ਰੂਸ ਨਾਲ ਵਿਗਾੜਨੀ ਪੈਂਦੀ ਆ। ਭਾਰਤ ਹਾਲੇ ਦੋਨੇ ਹੱਥੀ ਲੱਡੂ ਜੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਜੀ। ਅਤੇ ਪਰ ਅਮਰੀਕਾ ਵਾਲੇ ਜਿਹੜੇ ਆ ਉਹ ਉਹਨੂੰ ਪੁਸ਼ ਕਰ ਰਹੇ ਆ, ਹੱਲਾਸ਼ੇਰੀ ਦੇ ਰਹੇ ਆ। ਜਿਵੇਂ ਕਿ ਉੱਥੇ ਜਿਹੜੇ ਐਲਿਸ ਵੈਲਸ ਅਮਰੀਕਾ ਦੇ ਇੱਕ ਕੂਟਨੀਤਿਕ ਨੇ, ਆਪਣੇ ਜਿਹੜੇ ਕਿ ਏਸ਼ੀਆ ਦੇ ਵਿੱਚ ਸਾਰੇ ਮਾਮਲੇ ਦੇਖਦੇ ਆ ਟਰੰਪ ਪ੍ਰਸ਼ਾਸਨ ਦੇ, ਉਹਨਾਂ ਨੇ ਕਿਹਾ ਭਾਰਤ ਨੂੰ ਹੱਲਾਸ਼ੇਰੀ ਦਿੱਤੀ ਹੈ ਜੀ ਬਈ ਤੁਸੀਂ ਖਿੱਚੋ ਕੰਮ ਨੂੰ, ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਆ, ਵੀ ਚੀਨ ਤੋਂ ਡਰਨ ਦੀ ਕੋਈ ਲੋੜ ਨਹੀਂ ਹੈਗੀ, ਅਤੇ ਵੀ ਤੁਸੀਂ ਜਿਵੇਂ ਵੀ ਹੋਊਗੀ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਉਹਨਾਂ ਨੇ ਬੜਾ ਵਿਸਥਾਰ ਵਿੱਚ ਬਿਆਨ ਦਿੱਤਾ ਵੀ ਚੀਨ ਜਿਹੜਾ ਆ ਉਹ ਤੁਹਾਡੇ ਫਲਾਣੇ ਇਲਾਕੇ ਦੇ ਵਿੱਚ ਆ ਕੇ ਆਪਣੀਆਂ ਫੌਜਾਂ ਦੀ ਗਿਣਤੀ ਵਧਾ ਰਿਹਾ ਆ, ਇੱਥੇ ਉਹ ਤੁਹਾਡੀ ਜਿਹੜੀ ਸੀਮਾ ਉਹ ਲੰਘ ਰਿਹਾ ਹੈਗਾ ਆ, ਉਹ ਆਪਣੇ ਰੱਖਿਆ ਬਜਟ ਵਧਾ ਰਿਹਾ ਆ। ਇਹ ਤੁਹਾਡੇ ਲਈ ਬਹੁਤ ਵੱਡਾ ਖਤਰਾ ਆ। ਤੁਹਾਨੂੰ ਹੁਣ ਸਾਵਧਾਨ ਹੋਣ ਦੀ ਲੋੜ ਆ, ਚੇਤੰਨ ਹੋਣ ਦੀ ਲੋੜ ਆ। ਥੱਲੇ ਜਿਹੜਾ ਚੀਨ ਆ ਉਹ ਸਾਊਥ ਸੀ ਦੇ ਵਿੱਚ ਆਪਣਾ ਗਲਬਾ ਵਧਾ ਰਿਹਾ ਆ, ਉਹਨੂੰ ਬਾਕੀ ਜਿਹੜੇ ਮੁਲਕ ਉੱਥੋਂ ਦੇ ਨਾਲ ਦੇ ਇੰਡੋਨੇਸ਼ੀਆ, ਫਿਲੀਪੀਨ ਵਗੈਰਾ ਜਿਹੜੇ ਆ ਉਹ ਤੁਹਾਨੂੰ ਨਾਲ ਜੋੜਨੇ ਚਾਹੀਦੇ ਆ ਇੰਡੀਆ ਨੂੰ, ਅਤੇ ਤਾਂ ਕਿ ਤੁਸੀਂ ਚੀਨ ਦਾ ਜਿਹੜਾ ਮੁਕਾਬਲਾ ਕਰ ਸਕੋ ਜੀ। ਸੋ ਮਤਲਬ ਕਿ ਇਹ ਫੂਕ ਛਕਾਈ ਜਾ ਰਹੀ ਹੈ, ਜੇ ਪੰਜਾਬੀ ਸਿੱਧੇ ਲਫ਼ਜ਼ਾਂ 'ਚ ਕਹੀਏ, ਉਹਦਾ ਢੁੰਡਰ ਕਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਵੀ ਕੋਈ ਗੱਲ ਨਹੀਂ ਆਪਾਂ ਤੁਹਾਡੇ ਨਾਲ ਆ। ਉਹ ਜਿਹੜੀ ਗੱਲ ਉਹੀ ਬੱਗੀ ਅੱਖੀ ਵਾਲੀ ਜਿਹੜੀ ਆ ਉਹ ਬੱਗੀ ਅੱਖੀ ਮਰਵਾਉਣ ਵਾਲੀ ਵੀ ਇੱਦਾਂ ਹੀ ਕਿਤੇ ਜੀ ਜੰਗਲ ਦੇ ਵਿੱਚ ਸ਼ੇਰ ਸੀਗਾ, ਅਤੇ ਜਦੋਂ ਸਵੇਰ ਨੂੰ ਉਹਨੇ ਦਹਾੜ ਮਾਰੀ ਅਤੇ ਪੰਜੇ ਸਿੱਧੇ ਕੀਤੇ ਤਾਂ ਸ਼ੇਰਨੀ ਨੂੰ ਕਹਿੰਦਾ ਕਿੱਦਾਂ ਸ਼ੇਰਨੀਏ ਅੱਖ ਲਾ ਲਿਆ? ਉਹ ਕਹਿੰਦੀ ਹਜ਼ੂਰ ਪੂਰੀ ਅੱਖ ਲਾ ਲਿਆ। ਉਹ ਗਿਆ ਜਾ ਕੇ ਜੀ ਹਿਰਨ ਮਾਰ ਲਿਆਂਦਾ, ਨਾਲੇ ਆਪ ਖਾਧਾ, ਦੋਹਾਂ ਨੇ ਨਾਲੇ ਨਿਆਣਿਆਂ ਨੂੰ ਖਿਲਾਇਆ। ਕੋਲ ਕਿਤੇ ਖੜੇ ਗਿੱਦੜੀ ਦੇਖਦੇ ਸੀਗੇ ਤਾਂ ਉਹਨੇ ਵੀ ਗਿੱਦੜ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਗਿੱਦੜ ਕਹਿੰਦਾ ਗਿੱਦੜੀ ਨੂੰ ਕਹਿੰਦਾ ਵੀ ਅੱਖ ਲਾ ਲਿਆ, ਅਤੇ ਉਹ ਕਹਿੰਦੀ ਜੀ ਮਹਾਰਾਜ ਪੂਰੀ ਲਾ ਲਿਆ, ਵੀ ਲਾਲ ਤੋਂ ਵੀ ਨਾਭੀ ਹੋਈ ਪਈ। ਅਤੇ ਫੂਕ ਦੇ ਵਿੱਚ ਆ ਕੇ ਗਾਂਹ ਜਾ ਕੇ ਜਾਨਵਰ ਵੱਡੇ ਨੂੰ ਹੱਥ ਪਾ ਲਿਆ, ਭਾਲੂ ਸੀਗਾ ਜੀ, ਉਹਨੇ ਮਾਰ ਚਪੇੜਾ, ਬੁਰਾ ਹਾਲ ਕਰਤਾ। ਮਸੀਂ ਉੱਥੋਂ ਬਚ ਕੇ ਜਦੋਂ ਘਰ ਆਇਆ ਕਹਿੰਦਾ ਮਰਾਤੇ ਸੀਗੇ ਅੱਜ ਤੂੰ ਕਹਿੰਦੀ ਸੀਗੀ ਅੱਖ ਲਾ ਲਿਆ, ਕਹਿੰਦਾ ਅੱਖ 'ਚ ਬੱਗੀ ਸੀਗੀ, ਕਹਿੰਦਾ ਨਹੀਂ ਤਾਂ ਮੈਂ ਮਾਰ ਦੇਣਾ ਸੀ ਭਾਲੂ। ਸੋ ਉਹ ਗੱਲ ਕਿਤੇ ਬੱਗੀ ਅੱਖੀ ਮਾਰਨ ਵਾਲੀ ਜਿਹੜਾ ਮੁਹਾਵਰਾ ਨਾ ਉਹ ਅਮਰੀਕਾ ਚਾਹੁੰਦਾ ਆ ਵੀ ਜਿਹੜਾ ਭਾਰਤ ਆ ਉਹ ਕਿਤੇ ਨਾ ਕਿਤੇ ਪੰਗਾ ਲੈ ਲਵੇ ਚੀਨ ਦੇ ਨਾਲ, ਫਿਰ ਇਹਦੇ ਮੋਢੇ ਦੇ ਉੱਤੇ ਰੱਖ ਕੇ ਜਿਹੜੀਆਂ ਅਸੀਂ ਉੱਥੇ ਅੱਡਾ ਬਣਾ ਕੇ ਚਲਾਈਏ। ਹੁਣ ਭਾਰਤ ਇੱਦਾਂ ਕਰਦਾ ਕਿ ਨਹੀਂ ਕਰਦਾ ਵੀ ਉਹਨਾਂ ਦੇ ਹੱਥ ਵਿੱਚ। ਇੱਕ ਬੜੀ ਮੰਦਭਾਗੀ ਖਬਰ ਆ ਰਹੀ ਹੈ, ਪਾਕਿਸਤਾਨ ਦੇ ਵਿੱਚ ਜਹਾਜ਼ ਕ੍ਰੈਸ਼ ਹੋਇਆ ਜੀ। ਪਾਕਿਸਤਾਨ ਦੇ ਵਿੱਚ ਜੀ ਪਾਕਿਸਤਾਨ ਜਿਹੜੀ ਏਅਰਲਾਈਨ ਹੈਗੀ ਆ ਉਹਨਾਂ ਦਾ ਇੱਕ ਜਹਾਜ਼ ਏਅਰਬਸ ਸੀਗਾ, ਏਅਰਬਸ A320, ਉਹ ਲਾਹੌਰੋਂ ਕਰਾਚੀ ਦੇ ਵਾਸਤੇ ਉੜਿਆ ਸੀਗਾ, ਅਤੇ ਉਤਰਨ ਲੱਗਾ ਰਨਵੇ ਤੋਂ ਥੋੜ੍ਹਾ ਦੂਰ ਪਹਿਲਾਂ ਜਿਹੜਾ ਜੀ ਉਹ ਹਾਦਸਾਗ੍ਰਸਤ ਹੋਇਆ। ਅਤੇ ਹਾਦਸਾਗ੍ਰਸਤ ਵੀ ਇਸ ਤਰ੍ਹਾਂ ਹੋਇਆ ਕਿ ਉਹ ਜਿਹੜੀ ਇੱਕ ਰਿਹਾਇਸ਼ੀ ਇਲਾਕਾ ਉਹਦੇ ਵਿੱਚ ਡਿੱਗਿਆ ਜਾ ਕੇ ਜੀ। ਇਹਦੇ ਵਿੱਚ 91 ਮੁਸਾਫਰ ਜਿਹੜੇ ਆ ਉਹ ਸਵਾਰ ਸੀਗੇ, 8 ਕਰੂ ਮੈਂਬਰ ਸੀਗੇ। ਇਹ ਪਾਕਿਸਤਾਨ ਏਅਰਲਾਈਨਸ ਦੇ ਜਿਹੜੇ ਬੁਲਾਰੇ ਉਹਨਾਂ ਨੇ ਦੱਸਿਆ। ਅਤੇ ਜਿਹੜੇ ਮੌਕੇ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਆ ਉਹ ਕਹਿੰਦੇ ਵੀ 66 ਲਾਸ਼ਾਂ ਜਿਹੜੀਆਂ ਹੁਣ ਤੱਕ ਕੱਢ ਚੁੱਕੇ ਆ, 2 ਜਾਣੇ ਵੈਸੇ ਬਚਾਏ ਜਾ ਚੁੱਕੇ ਆ, ਸਹੀ ਸਲਾਮਤ ਆ, ਬਾਕੀ ਹੁਣ ਜਿਉਂਦੇ ਆ ਕਿ ਨਹੀਂ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਵੀ ਹੋ ਸਕਦਾ ਕਿਉਂਕਿ ਜਿਹੜਾ ਜਹਾਜ਼ ਆ ਇੱਕ ਰਿਹਾਇਸ਼ੀ ਇਲਾਕੇ ਵਿੱਚ ਡਿੱਗਿਆ, ਹੋ ਸਕਦਾ ਕਿ ਉੱਥੇ ਘਰਾਂ ਦੇ ਵਿੱਚ ਇੱਥੇ ਡਿੱਗਿਆ
ਉੱਥੇ ਵੀ ਕੋਈ ਨਾ ਕੋਈ ਜਿਹੜਾ ਆ ਵਿਅਕਤੀ ਹੋ ਸਕਦਾ ਕਿ ਹਲਾਕ ਹੋਇਆ ਹੋਵੇ, ਤੇ ਉਹ ਹੁਣ ਬਚਾਅ ਕਾਰਜ ਜਿਹੜੇ ਆ ਉਹ ਜਾਰੀ ਆ। ਤੇ ਇਹ ਦੱਸਿਆ ਗਿਆ ਕਿ ਜਿਹੜਾ ਜਹਾਜ਼ ਹੈ ਇਹਨੂੰ ਉਤਰਨ ਲੱਗੇ ਨੂੰ ਅੱਗ ਪੈ ਗਈ ਸੀ ਪਹਿਲਾਂ ਹੀ। ਅੱਛਾ ਜੀ। ਤੇ ਇਹਦੇ ਵਾਸਤੇ ਇਹਨੂੰ ਇੱਕ ਤਕਨੀਕੀ ਜਿਹੜੀ ਗਲਤੀ ਦੱਸੀ ਜਾ ਰਹੀ ਹੈ, ਇਹ ਨਹੀਂ ਹਜੇ ਤੱਕ ਦੱਸਿਆ ਗਿਆ ਵੀ ਇਹ ਕੋਈ ਅੱਤਵਾਦੀ ਕਾਰਵਾਈ ਸੀ ਜਾਂ ਕਿਸੇ ਨੇ ਕੋਈ ਗਲਤ ਹਰਕਤ ਕੀਤੀ ਹੈ। ਪਰ ਫਿਰ ਵੀ ਜਿਹੜੇ ਉਹ ਕਹਿੰਦੇ ਵੀ ਜਹਾਜ਼ ਦਾ ਜਿਹੜਾ ਪਾਇਲਟ ਸੀ ਉਹਨੇ ਪਹਿਲਾਂ ਕੰਟਰੋਲ ਰੂਮ ਨੂੰ ਦੱਸ ਦਿੱਤਾ ਸੀਗਾ ਕਿ ਮੈਨੂੰ ਜਹਾਜ਼ ਉਤਾਰਨ ਦੇ ਵਿੱਚ ਪ੍ਰੋਬਲਮ ਆ ਰਹੀ ਆ। ਤੇ ਜਹਾਜ਼ ਡਿੱਗਦੇ ਦੇ ਜਿਹੜੇ ਆ ਦ੍ਰਿਸ਼ ਹੈਗੇ ਆ ਜੀ, ਉਹ ਬਹੁਤ ਸਾਰੇ ਘਰਾਂ ਦੇ ਉੱਤੇ ਲੱਗੇ ਜਿਹੜੇ CCTV ਕੈਮਰੇ ਆ ਉਹਨਾਂ ਦੇ ਵਿੱਚ ਵੀ ਕੈਦ ਹੋਏ ਆ। ਪੰਜਾਬ ਤੋਂ ਖਬਰ ਆ ਰਹੀ ਕਿ ਇੱਕ ਪੱਤਰਕਾਰ ਨਾਲ ਕੁੱਟਮਾਰ ਦਾ ਮਾਮਲਾ ਹੋਇਆ ਹੈ, ਕਿੱਥੇ ਦੀ ਘਟਨਾ ਤੇ ਕਿਹਨੇ ਕੁੱਟਮਾਰ ਕੀਤੀ ਜੀ? ਪੰਜਾਬ ਦੇ ਵਿੱਚ ਪੱਤਰਕਾਰਾਂ ਦੀਆਂ ਵਧੀਕੀਆਂ ਜਿਹੜੀਆਂ ਜੀ ਉਹ ਕਾਫੀ ਵਧੀਆਂ ਪਿਛਲੇ 2-3 ਮਹੀਨਿਆਂ ਦੇ ਵਿੱਚ ਜੀ। ਪਹਿਲਾਂ ਭੁਪਿੰਦਰ ਸਿੰਘ ਸੱਜਣ ਹੋਣੀ ਜਿਹੜੇ ਕਿ ਹੁਸ਼ਿਆਰਪੁਰ ਦੇ ਵਿੱਚ ਸੀਗੇ, ਉਹ ਨਿਹੰਗ ਵਾਲੀ ਘਟਨਾ ਦੀ ਕਵਰੇਜ ਕਰਕੇ ਉਹਨਾਂ ਦੇ ਉੱਤੇ ਪਰਚਾ ਪਾ ਦਿੱਤਾ ਗਿਆ ਜੀ, ਗ੍ਰਿਫਤਾਰੀ ਹੋਈ ਉਹਨਾਂ ਦੀ। ਉਸ ਤੋਂ ਬਾਅਦ ਪੰਜਾਬੀ ਟ੍ਰਿਬਿਊਨ ਦੇ ਮਸ਼ਹੂਰ ਪੱਤਰਕਾਰ ਦਵਿੰਦਰਪਾਲ ਜੀ, ਉਹਨਾਂ ਦੀ ਮਾਰਕੁੱਟ ਕੀਤੀ ਗਈ, ਬੇਇੱਜ਼ਤੀ ਕੀਤੀ ਗਈ ਉੱਤੇ ਚੰਡੀਗੜ੍ਹ ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਆਦਮਪੁਰ ਜਲੰਧਰ ਦੇ ਵਿੱਚ ਇੱਕ ਸਬ ਇੰਸਪੈਕਟਰ ਵੱਲੋਂ 3 ਪੱਤਰਕਾਰਾਂ ਦੀ ਕੁੱਟਮਾਰ ਕੀਤੀ ਗਈ, ਉਹਨਾਂ ਦੀ ਬੇਇੱਜ਼ਤੀ ਕੀਤੀ ਗਈ। ਹੁਣ ਜਿਹੜੀ ਤਾਜ਼ਾ ਜਾਣਕਾਰੀ ਹੈ, ਪਹਿਰੇਦਾਰ ਅਖਬਾਰ ਹੈ ਜੀ ਜਗਰਾਓਂ ਕੋਲੋਂ ਨਿਕਲਦਾ, ਤੇ ਉਹਦੇ ਮਸ਼ਹੂਰ ਪੱਤਰਕਾਰ ਹੈ ਮੇਜਰ ਸਿੰਘ, ਕਾਫੀ ਰਿਪੋਰਟਿੰਗ ਵਧੀਆ ਹੁੰਦੀ ਹੈ ਉਹਨਾਂ ਦੀ। ਉਹ ਇੱਕ ਥਾਂ ਗੁਰਦੁਆਰੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਪਹੁੰਚੇ ਸੀਗੇ, ਜਿੱਥੇ ਕਿ 2 ਤਰ੍ਹਾਂ ਦਾ ਤਕਰਾਰ ਚੱਲ ਰਿਹਾ ਸੀਗਾ। ਤੇ ਉਸ ਤਕਰਾਰ ਦੇ ਵਿੱਚ ਜਿਵੇਂ ਕਿ ਉਹ ਵੀਡੀਓਜ਼ ਆਈਆਂ ਬਾਹਰ, 2 ਧੜੇ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ ਆ, ਤੇ ਉਸ ਤੋਂ ਬਾਅਦ ਪੁਲਿਸ ਬੁਲਾਈ ਗਈ ਆ ਉੱਥੇ, ਤੇ ਪੁਲਿਸ ਜਿਹੜੀ ਇੱਕ ਧੜੇ ਦੇ ਬੰਦਿਆਂ ਨੂੰ ਲਿਜਾ ਰਹੀ ਆ, ਤੇ ਪੱਤਰਕਾਰ ਜਿਹੜੇ ਮੇਜਰ ਸਿੰਘ ਆ ਉਹਦੀ ਕਵਰੇਜ ਕਰ ਰਹੇ ਜੀ। ਤੇ ਉਸ ਤੋਂ ਬਾਅਦ ਇੱਦਾਂ ਹੀ ਦੱਸਦਾ ਕਿ ਇੱਕ ਪੁਲਿਸ ਵਾਲਾ ਜਿਹੜਾ ਆ ਉਹਨਾਂ ਦਾ ਕੈਮਰਾ ਖੋਲ੍ਹਣ ਦਾ, ਤੇ ਉਸ ਤੋਂ ਬਾਅਦ ਜਿਹੜੀ ਫਿਰ ਜਾਣਕਾਰੀ ਉਹ ਪੱਤਰਕਾਰ ਮੇਜਰ ਸਿੰਘ ਦਾ ਵੀਡੀਓ ਬਿਆਨ ਹੀ ਬਾਹਰ ਆਇਆ, ਫੋਟੋਆਂ ਆਈਆਂ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਬਾਹਾਂ 'ਤੇ, ਲੱਤਾਂ 'ਤੇ, ਦੋਹੇ ਪਾਸੇ ਮੋਢਿਆਂ ਦੇ ਪਿਛਲੇ ਪਾਸੇ ਜਿਹੜੀਆਂ ਕਾਫੀ ਸੱਟਾਂ ਲੱਗੀਆਂ ਆ। ਉਹਨਾਂ ਨੇ ਦੋਸ਼ ਲਾਏ ਆ ਕਿ 2 ASI ਤੇ ਇੱਕ ਸਿਪਾਹੀ ਜਿਹੜੇ ਸੀਗੇ ਜੀ, ਇੱਕ ਅਮਰਨਾਥ ਦੱਸਿਆ ਸ਼ਾਇਦ ਨਾਂ ਉਹਨਾਂ ਨੇ, ਤੇ ਇੱਕ ਹੋਰ ਆ ਨਾਂ, ਉਹਨਾਂ ਨੇ ਕਹਿੰਦੇ ਮੈਨੂੰ ਥਾਣੇ ਲਿਜਾ ਕੇ ਜਿਹੜਾ ਹੈ ਜੀ ਕੁੱਟਮਾਰ ਕੀਤੀ ਆ, ਮੇਰੀ ਦਸਤਾਰ ਲਾਈ ਆ, ਕਕਾਰ ਲਾਏ ਆ, ਤੇ ਮੇਰੇ ਕੇਸਾਂ ਤੋਂ ਫੜ ਕੇ ਮੈਨੂੰ ਖਿੱਚਣ ਦੀ ਵੀ ਕੋਸ਼ਿਸ਼ ਕੀਤੀ ਆ। ਪਰ ਉੱਥੇ ਇੱਕ SHO ਸਾਹਿਬ ਆਏ ਸੀਗੇ ਤੇ ਇੱਕ SP ਕੋਈ ਲੇਡੀ ਸੀਗੀ, ਉਹ ਕਹਿੰਦੇ ਉਹਨਾਂ ਨੇ ਆ ਕੇ ਕਹਿੰਦੇ ਫਿਰ ਮਾਮਲਾ ਠੰਡਾ ਕਰਾਇਆ। ਉਹਨਾਂ ਦਾ ਵਤੀਰਾ ਜਿਹੜਾ ਵਧੀਆ ਸੀਗਾ, ਤੇ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਅਸੀਂ ਕਰਾਂਗੇ। ਹੁਣ ਜਿਹੜੇ ਪੰਜਾਬ ਦੇ ਪੱਤਰਕਾਰ ਆ ਇਸ ਗੱਲ ਤੋਂ ਕਾਫੀ ਲੋਹੇ ਲਾਖੇ ਹੋਏ ਆ ਕਿ ਇਹ ਜਿਹੜਾ ਪੁਲਿਸ ਦਾ ਵਤੀਰਾ ਆ ਪੱਤਰਕਾਰਾਂ ਦੇ ਪ੍ਰਤੀ ਉਹ ਲਗਾਤਾਰ ਖਰਾਬ ਹੁੰਦਾ ਜਾ ਰਿਹਾ ਆ, ਤੇ ਸਰਕਾਰ ਜਿਹੜੀ ਆ ਉਹ ਘੋੜੇ ਵੇਚ ਕੇ ਸੁੱਤੀ ਹੋਈ ਆ, ਕੋਈ ਐਕਸ਼ਨ ਜਿਹੜਾ ਆ ਉਹ ਲੈ ਨਹੀਂ ਰਹੀ। ਤੇ ਉਹ ਜਿਹੜੇ ਦੋਨੇ ਅਧਿਕਾਰੀ ਆ ਉਹਨਾਂ ਨੂੰ ਬਰਖਾਸਤ ਕਰਨ ਦੀ ਮੰਗ ਜਿਹੜੀ ਆ ਉਹ ਪੱਤਰਕਾਰ ਕਲੱਬਾਂ ਐਸੋਸੀਏਸ਼ਨਾਂ ਜਿਹੜੀਆਂ ਆ ਉਹ ਕਰ ਰਹੀਆਂ, ਤਾਂ ਕਿ ਸਰਦਾਰ ਮੇਜਰ ਸਿੰਘ ਉਹਨਾਂ ਨੂੰ ਇਨਸਾਫ ਮਿਲ ਸਕੇ। ਇਹਦੇ ਨਾਲ ਹੀ ਜਿਹੜੀ ਆਪਾਂ ਕੱਲ੍ਹ ਇੱਕ ਗੱਲ ਸ਼ੇਅਰ ਕੀਤੀ ਸੀਗੀ, ਇੱਕ ਪੰਜਾਬ ਦਾ ਮੰਤਰੀ ਆ ਵਹਿਮੀ ਚੰਦ ਵਰਗਾ, ਜਿਹੜਾ ਕਿ ਕਾਲੇ ਬੱਕਰੇ ਦੀ ਪੂਜਾ ਕਰ ਰਿਹਾ, ਉਹ ਜਿਹੜੀ ਖਬਰ ਸੀਗੀ ਲਾਉਣ ਵਾਲੇ ਪੱਤਰਕਾਰ ਸੀਗੇ ਪੰਜਾਬੀ ਜਾਗਰਣ ਦੇ ਜੈ ਸਿੰਘ ਛਿੱਬਰ, ਉਹਨਾਂ ਦੇ ਉੱਤੇ ਚਮਕੌਰ ਸਾਹਿਬ ਪੁਲਿਸ ਦੇ ਨੇ ਇੱਕ ਪਰਚਾ ਦਰਜ ਕਰ ਦਿੱਤਾ ਕਿ ਤੁਸੀਂ ਮੰਤਰੀ ਸਾਹਿਬ ਦਾ ਜਿਹੜਾ ਆ ਉਹ ਬਦਨਾਮੀ ਕੀਤੀ ਆ, ਗਲਤ ਖਬਰ ਛਾਪੀ ਆ। ਤੇ ਆਖਰੀ ਖਬਰਾਂ ਮਿਲਣ ਤੱਕ, ਕਿਉਂਕਿ ਹੁਣ ਤਾਂ ਉੱਥੇ ਰਾਤ ਆ, ਤੇ ਉੱਥੇ ਵੀ ਉਹਨਾਂ ਨੂੰ ਲੱਭਣ ਲਈ ਛਾਪੇ ਮਾਰੇ ਜਾ ਰਹੇ ਸੀਗੇ। ਤੇ ਇਹਦੇ ਵਾਸਤੇ ਜਿਹੜੀਆਂ ਪ੍ਰੈਸ ਕਲੱਬਸ ਆ, ਪ੍ਰੈਸ ਐਸੋਸੀਏਸ਼ਨਸ ਆ, ਉਹ ਕਹਿ ਰਹੀਆਂ ਕਿ ਧੱਕਾ ਆ, ਜਿਹੜੀ ਖਬਰ ਬਣਦੀ ਸੀ ਉਹ ਖਬਰ ਲਾਈ ਗਈ ਆ। ਤੇ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਖਬਰ ਜਿਹੜੀ ਹੋਰਾਂ ਪੇਪਰਾਂ ਵਿੱਚ ਵੀ ਲੱਗੀ ਆ। ਅਸ਼ਵਨੀ ਚਾਵਲਾ ਪੱਤਰਕਾਰ ਨੇ ਚੰਡੀਗੜ੍ਹ ਤੋਂ, ਡੇਰਾ ਸਿਰਸਾ ਦੇ ਜਿਹੜਾ ਮੈਗਜ਼ੀਨ ਨਿਕਲਦਾ ਸਾਚ ਕਹੂੰ, ਉਹਦੇ ਵਿੱਚ ਵੀ ਉਹ ਲਿਖਦੇ ਆ ਕਈ ਵਾਰੀ, ਤੇ ਉਹਨਾਂ ਨੇ ਵੀ ਇਹੀ ਖਬਰ ਲੱਤੀ ਸੀਗੀ। ਤੇ ਉਹਨਾਂ ਦੇ ਉੱਤੇ ਹਜੇ ਤੱਕ ਕੋਈ ਪਰਚਾ ਨਹੀਂ ਹੋਇਆ। ਪਰ ਜਿਹੜੇ ਇਹ ਜੈ ਸਿੰਘ ਛਿੱਬਰ ਜਿਹੜੇ ਆ ਪੁਰਾਣੇ ਪੱਤਰਕਾਰ ਆ, ਸੀਨੀਅਰ ਪੱਤਰਕਾਰ ਆ, ਉਹਨਾਂ ਦੇ ਉੱਤੇ ਪਰਚਾ ਦਰਜ ਕਰਕੇ ਦਬਾਇਆ ਜਾ ਰਿਹਾ। ਇਹ ਚਾਹੇ ਮਾਮਲਾ ਪੱਤਰਕਾਰ ਮੇਜਰ ਸਿੰਘ ਦਾ ਹੋਵੇ ਜਾਂ ਜੈ ਸਿੰਘ ਛਿੱਬਰ ਉਹਨਾਂ ਦਾ ਹੋਵੇ, ਇਹ ਸ਼ਰੇਆਮ ਵਧੀਕੀ ਹੈਗੀ ਆ ਪੱਤਰਕਾਰਾਂ ਦੇ ਨਾਲ। ਤੇ ਦੁਨੀਆ ਭਰ ਦੇ ਪੱਤਰਕਾਰਾਂ ਵਾਂਗ ਅਸੀਂ ਵੀ ਇਹਦੀ ਨਿਖੇਧੀ ਕਰਦੇ ਹਾਂ ਕਿ ਜੇ ਕੋਈ ਕਿਸੇ ਨੂੰ ਗਲਤ ਕੰਮ ਕਰਨ ਰੋਕਦਾ ਜਾਂ ਆਪਣੀ ਕਵਰੇਜ ਕਰ ਰਿਹਾ, ਉਹਦੇ ਨਾਲ ਜੇ ਪੁਲਿਸ ਅਜਿਹਾ ਕਰੂਗੀ, ਇਹ ਮੀਡੀਆ ਦੀ ਆਜ਼ਾਦੀ ਦੇ ਉੱਤੇ ਸਿੱਧਾ ਹਮਲਾ ਆ, ਤਾਂ ਕਿ ਲੋਕਾਂ ਤੱਕ ਸਹੀ ਜਾਣਕਾਰੀ ਜਿਹੜੀ ਆ ਉਹ ਨਾ ਜਾ ਸਕੇ। ਤੇ ਇਸ ਵਾਸਤੇ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਉਹ ਪੰਜਾਬ ਪੁਲਿਸ ਨੂੰ ਨੱਥ ਪਾਵੇ, ਜਿਹੜੀ ਕਿ ਲਗਾਤਾਰ ਵਾਰ-ਵਾਰ ਇਹੋ ਜਿਹੀਆਂ ਕਾਰਵਾਈਆਂ ਕਰ ਰਹੀ ਹੈ ਜੀ। ਗੁਰਪ੍ਰੀਤ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਤੁਸੀਂ ਪ੍ਰੋਗਰਾਮ 'ਚ ਆਏ, ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਸ਼ੁਕਰੀਆ ਜੀ। ਸਕਾਰਨ ਜੀ, ਧੰਨਵਾਦ ਤੁਹਾਡਾ ਜੀ। ਇੱਕ ਹਫ਼ਤਾ ਹੋਰ ਲੰਘ ਗਿਆ, ਅਗਲੇ ਹਫ਼ਤੇ ਫਿਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਸਾਰੇ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਸੋਮਵਾਰ ਫਿਰ ਹਾਜ਼ਰ ਹੋਵਾਂਗੇ ਸਰਦਾਰ ਗੁਰਪ੍ਰੀਤ ਸਿੰਘ ਹੋਣਾ ਨਾਲ ਖਬਰਾਂ ਤੇ ਤਬਸਰਾ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।